देखो पहला तो मैं दसना चाहना कि ये कोई नवी चीज़ नहीं है। बड़े अफसोस नाल कहना अपने दर्शकों को कि साडी पंजाबी अखबार कोई भी चुक लो, कोई पंजाबी अखबार चुक लो, ਉਹਦੇ ਵਿੱਚ ਸ਼ਰੇਆਮ ਐਡ ਹੈ कि 5.5 बैंड ਲਈ ਕੁੜੀ 6 बैंड ਲਈ ਕੁੜੀ ਲਈ ਖਰਚਾ ਕਰਨ ਵਾਲਾ ਵਿਦੇਸ਼ ਭੇਜਣ ਵਾਲਾ ਪਰਿਵਾਰ ਚਾਹੀਦਾ। ਸਰਕਾਰ ਮੈਨੂੰ ਜਵਾਬ ਦੇਵੇ ਇਹੋ ਜੀ ਇਲੀਗਲ ਐਡ ਦੇਣ ਦੀ ਪਰਮਿਸ਼ਨ ਕਿੰਨੇ ਦਿੱਤੀ ਹੈ ਔਰ ਜੇ ਐਡ ਹੋ ਗਈ ਉਸ ਅਖਬਾਰ 'ਚ ਅੱਜ ਤੱਕ ਅਖਬਾਰ ਨੂੰ ਬੈਨ ਕਿਉਂ ਨਹੀਂ ਕੀਤਾ ਗਿਆ ਔਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਉਹਨਾਂ ਪਰਿਵਾਰਾਂ ਦੇ ਖਿਲਾਫ ਜਿਨ੍ਹਾਂ ਨੇ ਇਹੋ ਜਿਹੀਆਂ ਐਡ ਦਿੱਤੀਆਂ। ਦੇਖੋ ਮੈਂ ਬੜੇ ਅਫਸੋਸ ਨਾਲ ਇੰਨੀ ਗੱਲ ਕਹਿਣਾ ਚਾਹੁੰਦਾ, ਆਪਣੇ ਦਰਸ਼ਕਾਂ ਨੂੰ ਵੀ ਦੱਸਣੀ ਚਾਹੁੰਦਾ ਕਿ ਪੇਂਡੂ ਮੁੰਡੇ ਕੁੜੀਆਂ ਨੇ ਮਾਂ ਪਿਓ ਦੇ ਗਲ 'ਚ ਅੰਗੂਠਾ ਦਿੱਤਾ। ਉਹਨਾਂ ਦੀ ਸ਼ਾਇਦ 2 ਪੁਸ਼ਤਾਂ ਦੀ ਕਮਾਈ ਨੂੰ ਮਿੱਟੀ ਕਰਨ ਦਾ ਇਹਨਾਂ ਨੇ ਪ੍ਰਣ ਲਿੱਤਾ ਹੋਇਆ। ਬੜੇ ਸ਼ਰਮ ਦੀ ਔਰ ਅਫਸੋਸ ਦੀ ਗੱਲ ਹੈ ਵੀ ਕੁੜੀ ਵਾਲੇ ਇੰਨੇ ਕੁ ਬੇਸ਼ਰਮ ਹੋਈ ਜਾਂਦੇ ਪਏ ਨੇ। ਉਹ ਕਹਿੰਦੇ ਜੀ ਵਿਆਹ ਦਾ ਖਰਚਾ ਵੀ ਤੁਸੀਂ ਕਰੋ, ਪੈਲੇਸ ਦਾ ਖਰਚਾ ਵੀ ਤੁਸੀਂ ਕਰ ਲਓ, ਲਾਵਾਂ ਵੀ ਤੁਸੀਂ ਦਵਾ ਲਓ, ਅਸੀਂ ਕੁੜੀ ਤੁਹਾਡੇ ਘਰੇ ਤੋੜ ਦਿੰਦੇ ਆ। ਤੇ ਕੁੜੀ 15 ਦਿਨ ਲਈ ਜਾਂ 20 ਦਿਨ ਦਾ ਵਿਆਹ ਹੈ। ਆਮ ਸੌਰੀ ਟੂ ਸੇ ਬੜੇ ਮੇਰਾ ਪਰਿਵਾਰ ਇਕੱਠੇ ਬਹਿ ਕੇ ਵੇਖ ਰਿਹਾ ਸ਼ੋਅ ਵੀ 15 ਦਿਨ ਦੇ ਵਿਆਹ ਦੀ ਕੀਮਤ 20-25 ਲੱਖ ਰੁਪਏ ਦੇਣ ਨੂੰ ਤਿਆਰ ਬੈਠੇ ਨੇ ਇਸ ਉਮੀਦ 'ਚ ਕਿ ਅਸੀਂ ਕੈਨੇਡਾ ਚਲ ਜਾਵਾਂਗੇ। ਜਿਸ ਕੁੜੀ ਨੇ ਜਿਸ ਮੁੰਡੇ ਨੇ, ਮੈਂ ਦੋਨਾਂ ਪੱਖਾਂ ਦੀ ਗੱਲ ਕਰ ਰਿਹਾ, ਜਿਸ ਮੁੰਡੇ ਜਾਂ ਕੁੜੀ ਨੇ ਚੰਡੀਗੜ੍ਹ ਦੇ ਆ ਕੇ ਪਾਰਕ ਨਹੀਂ ਵੇਖੇ, 17 ਦਾ ਪਲਾਜ਼ਾ ਨਹੀਂ ਵੇਖਿਆ, ਇਲਾਂਟੇ ਮਾਲ ਨਹੀਂ ਵੇਖਿਆ, ਰੱਜ ਕੇ ਨਹੀਂ ਵੇਖਿਆ, ਆ ਘੁੰਮਣ ਆਏ ਹੋਣੇ ਆ, ਉਹਨੂੰ ਕੈਨੇਡਾ ਵੇਖਣ ਨੂੰ ਮਿਲ ਜੇ। ਜ਼ਿੰਮੇਵਾਰੀਆਂ ਭੁੱਲ ਜਾਂਦੀਆਂ ਤੇ ਕਿਤੇ ਨਾ ਕਿਤੇ ਉਹਨਾਂ ਕੁੜੀ ਮੁੰਡੇ ਦੇ ਮਾਪਿਓ ਵੀ ਜ਼ਿੰਮੇਦਾਰ ਨੇ ਇੰਡੀਆ 'ਚ ਬੈਠੇ, ਕਿਉਂਕਿ ਉਹ ਵੀ ਕਹਿੰਦੇ ਠੀਕ ਹੈ ਜੋ ਕਰਨਾ ਕਰ, ਹੁਣ ਤੂੰ ਪੈਸੇ ਲਾ ਕੇ ਪਹੁੰਚ ਗਈ ਹੈ ਜਾਂ ਪਹੁੰਚ ਗਿਆ, ਹੁਣ ਤੂੰ ਜਿਹੜਾ ਧੋਖਾ ਦੇਣਾ ਦੇ, ਤੇਰਾ ਕੋਈ ਨਹੀਂ ਕੁਝ ਵਿਗਾੜ ਸਕਦਾ ਕਿਉਂਕਿ ਕਾਨੂੰਨ ਉੱਥੇ ਤੱਕ ਕਿਦੋਂ ਪਹੁੰਚੇ। ਜਦੋਂ ਤੁਸੀਂ ਫੋਰਨ ਚਲ ਗਏ, ਹੁਣ ਉੱਥੇ ਜਾ ਕੇ ਕੀ ਹੁੰਦਾ, ਤੁਹਾਡੇ ਵਰਗਾ ਵੀਰ ਪਹਿਲਾਂ ਸੋਹਣਾ ਸੁਨੱਖਾ ਸੈੱਟ ਹੋਇਆ ਹੁੰਦਾ, ਮਾੜਾ ਮੋਟਾ ਉਹਨੂੰ ਸਿਸਟਮ ਦੀ ਸਮਝ ਆਈ ਹੁੰਦੀ ਹੈ, ਤੇ ਉਹ ਜਿਹੜੀ ਕੁੜੀ ਨਵੀਂ ਆਈ ਹੁੰਦੀ ਉਹ ਪਤਾ ਤਾਂ ਲੱਗ ਹੀ ਜਾਂਦਾ ਨਵੀਂ ਆਈ ਹੈ। ਹੁਣ ਉਹਨੂੰ ਕਹਿੰਦਾ ਚੱਲ ਆ ਤੈਨੂੰ ਡਾਊਨਟਾਊਨ ਘੁਮਾਉਣਾ, ਪਹਿਲੇ ਦਿਨ ਆਈਸਕ੍ਰੀਮ ਖਵਾਉਂਦਾ, ਦੂਜੇ ਦਿਨ ਡਾਊਨਟਾਊਨ ਘੁਮਾਉਂਦਾ ਤੇ ਤੀਜੇ ਦਿਨ ਅਗਲੇ ਭੰਗੜੇ ਪੈਣੇ ਸ਼ੁਰੂ ਹੋ ਜਾਂਦੇ ਨੇ। ਫਿਰ ਮਕਾਨਾਂ ਦੇ ਕਿਰਾਏ ਵੀ ਦਿੱਤੇ ਜਾਂਦੇ ਨੇ, ਫਿਰ ਇਹਨਾਂ ਦੇ ਕੱਪੜੇ ਵੀ ਖਰੀਦੀਆਂ ਜਾਂਦੇ। ਔਰ ਫੋਰਨਰ ਕਲਚਰ ਸਾਡੇ ਤੋਂ ਜ਼ਿਆਦਾ ਪਵਿੱਤਰ ਹੈ, ਨੋ ਡਾਊਟ। ਫਰਸਟ੍ਰੇਸ਼ਨ ਲੈਵਲ ਉਹਨਾਂ 'ਚ ਵੀ ਹੈ ਔਰ ਜਿਹੜੇ ਉੱਥੇ ਕੁਝ ਗਲਤ ਲੋਕ ਨੇ ਉਹ ਇਹੋ ਜਿਹੇ ਕੰਮ ਕਰਦੇ ਪਏ ਨੇ ਤੇ ਉਹਨੂੰ ਤੁਸੀਂ ਆਜ਼ਾਦੀ ਕਹਿੰਦੇ ਹੋ ਤੇ ਸ਼ਰਮ ਦੀ ਗੱਲ ਹੈ। ਉਹ ਆਜ਼ਾਦੀ ਨਹੀਂ ਹੈ। ਮਾਂ ਪਿਓ ਦੀ ਸ਼ਰਮ 'ਚ ਰਹਿਣਾ, ਪਰਿਵਾਰ ਦੀ ਸ਼ਰਮ 'ਚ ਰਹਿਣਾ, ਸਮਾਜ ਦੀ ਸ਼ਰਮ 'ਚ ਰਹਿਣਾ, ਉਸ ਮਰਿਆਦਾ 'ਚ ਰਹਿਣਾ ਹੀ ਮਰਦਾਨਗੀ ਹੈ ਔਰ ਆਪਣੇ ਆਪ ਨੂੰ ਕੰਟਰੋਲ 'ਚ ਰੱਖਣਾ ਮਰਦਾਨਗੀ ਹੈ। ਤੁਹਾਡੀ ਜ਼ੁਬਾਨ 'ਚ ਵਚਨ, ਜੋ ਮੂੰਹ ਸ਼ਬਦ ਨਿਕਲਣ ਉਹ ਵਚਨ ਹੋਣੇ ਚਾਹੀਦੇ ਆ ਔਰ ਤੁਸੀਂ ਉਹਦਾ ਪਾਲਣ ਕਰੋ, ਇਹ ਮਰਦਾਨਗੀ ਹੈ। ਹੁਣ ਮੈਂ ਤੁਹਾਨੂੰ ਕੜੀਆਂ ਜੋੜਦਾ, ਮੇਰੀ ਜਨਤਾ ਬਹੁਤ ਇੰਟੈਲੀਜੈਂਟ ਹੈ, ਉਹਨੂੰ ਸਾਰੀ ਗੱਲ ਸਮਝ ਲੱਗਦੀ ਹੈ। ਕੁੜੀ ਦੀ ਕੋਈ ਵੀ ਸਟੇਟਮੈਂਟ ਬੜੇ ਧਿਆਨ ਨਾਲ ਸੁਣ ਲਓ, ਸਕ੍ਰਿਪਟਡ ਹੈ। ਉਹਦਾ ਅੱਖ ਦਾ ਇਸ਼ਾਰਾ ਤੇ ਡੇਲੇ ਧਿਆਨ ਨਾਲ ਚੈੱਕ ਕਰੋ, ਉਹਦੇ ਕੋਲ ਕੋਈ ਬੈਠਾ ਉਹਨੂੰ ਸਕ੍ਰਿਪਟਿੰਗ ਦੇ ਰਿਹਾ। ਅਗਲਾ ਸਵਾਲੀਆ ਨਿਸ਼ਾਨ, ਇਸ ਕੁੜੀ ਦੀ ਨੇਲ ਪਾਲਿਸ਼ ਉਤਰੀ ਕਿਸੇ ਵੀ ਸ਼ੋਅ 'ਚ, ਕਿਸੇ ਚੈਨਲ ਤੇ ਚੈੱਕ ਕਰ ਲਓ, ਜਿੱਥੇ ਵੀ ਇਹਨੇ ਇੰਟਰਵਿਊ ਦਿੱਤੀ ਹੈ। ਫਿਰ ਕਿਤੇ ਇਹਦੀ ਮੇਕਅਪ ਉਤਰਿਆ, ਕਿਤੇ ਇਹਦੀ ਲਿਪਸਟਿਕ ਉਤਰੀ, ਕਿਤੇ ਇਹਦੀਆਂ ਮੀਡੀਆ ਖਤਮ ਹੋਈਆਂ। ਔਰ ਹੁਣ ਮੈਂ ਸਟੈਪ ਆ ਜਾਣਾ ਲੀਗਲ ਸਟੈਪ ਤੇ। ਇੰਡੀਆ 'ਚ ਤੇਰਾ ਮੰਗਣਾ ਹੁੰਦਾ, 8 ਮਹੀਨੇ ਤੇਰਾ ਮੰਗਣਾ ਰਹਿੰਦਾ, ਮੰਗਣੇ ਤੋਂ ਬਾਅਦ ਤੇਰਾ ਸਹੁਰਾ ਪਰਿਵਾਰ ਤੇਰੇ ਤੇ ਪੈਸੇ ਖਰਚ ਕਰਦਾ, ਤੈਨੂੰ ਬਾਹਰ ਭੇਜਦਾ। ਜਦੋਂ ਤੂੰ ਫੋਰਨ ਚਲੀ ਜਾਂਦੀ ਹੈ, ਤੂੰ ਆਪਣੇ ਆਪ ਨੂੰ ਕੁਆਰਾ ਲਿਖਾਉਂਦੀ ਹੈ, ਜਾਇਜ਼ ਹੈ। ਉਸ ਤੋਂ ਬਾਅਦ ਤੂੰ ਆਪਣਾ ਪਾਸਪੋਰਟ ਤੇ ਰਿਨਿਊ ਕਰਾਉਣੀ ਹੈ ਫੋਰਨ 'ਚ। ਸ਼ਾਦੀ ਤੋਂ ਬਾਅਦ ਜਦੋਂ ਰਿਨਿਊ ਕਰਾਉਣੀ ਹੈ ਤੇ ਉੱਥੇ ਆਪਣਾ ਪਤੀ ਦਾ ਨਾਂ ਕਿਉਂ ਨਹੀਂ ਐਡ ਕਰਾਉਗੀ? ਹੈਗਾ ਸਵਾਲ, ਹੈਗਾ ਜਵਾਬ, ਜਨਤਾ ਸਵਾਲ ਪੁੱਛੇਗੀ। ਅੱਛਾ, ਵਿਆਹ ਕਰਾ ਕੇ ਜਦੋਂ ਤੂੰ ਵਾਪਸ ਜਾਂਦੀ ਹੈ, ਜਾਣ ਤੋਂ ਬਾਅਦ ਕਿਆ ਤੂੰ ਆਪਣੇ ਕਾਲਜ ਵਿੱਚ ਆਪਣਾ ਮੈਰਿਟਲ ਸਟੇਟਸ ਚੇਂਜ ਕਰਾਉਣੀ? ਜੇ ਤੂੰ ਇਮਾਨਦਾਰ ਹੁੰਦੀ ਤੇ ਉੱਥੇ ਜਾ ਕੇ ਵੀ ਮੈਰਿਟਲ ਸਟੇਟਸ ਚੇਂਜ ਕਰਾਉਣੀ। ਬੈਠੀ ਹੈ, ਮਾਰਚ 17 ਨੂੰ ਲਾਕਡਾਊਨ ਲੱਗ ਜਾਂਦਾ ਹੈ, ਰਾਈਟ? ਮਾਰਚ 17 ਤੋਂ 8 ਮਹੀਨੇ ਕਰਫਿਊ ਲੱਗਾ, ਅਸੀਂ ਘਰੋਂ ਘਰੀ ਬੈਠੇ ਹਾਂ। ਕਿਹੜੇ 11 ਘੰਟੇ ਕੰਮ ਕਰਦੀ ਸੀ, ਕੋਈ ਤੇ ਜਵਾਬ ਦੇ। ਤੇ ਸਟੂਡੈਂਟ ਹੋ ਕੇ ਤੂੰ 11 ਘੰਟੇ ਕੰਮ ਹੀ ਨਹੀਂ ਕਰ ਸਕਦੀ। ਹਫਤੇ ਦੇ 20 ਘੰਟੇ ਅਲਾਉਡ ਹੈ, ਯਾਨੀ ਕਿ ਐਵਰੇਜ 5 ਘੰਟੇ 4 ਘੰਟੇ ਰੋਜ਼ ਦੇ। ਉਹਦੇ ਵਿੱਚ ਲਾਅ 'ਚ ਲਿਖਿਆ ਕਿ ਜਿਹੜਾ ਬੰਦਾ ਕੋਈ ਵੀ ਫਰਾਡੂਲੈਂਟ ਤਰੀਕੇ ਨਾਲ ਕਿਸੇ ਕਿਸਮ ਦਾ ਫਾਇਦਾ ਚੁੱਕਣਾ ਚਾਹੁੰਦਾ ਹੈ, ਉਹਦਾ ਵੀਜ਼ਾ ਖਾਰਜ ਕਰ ਦਿੱਤਾ ਜਾਂਦਾ ਹੈ। ਜਦੋਂ ਉਹਦਾ ਵੀਜ਼ਾ ਖਾਰਜ ਕੀਤਾ ਜਾਂਦਾ ਹੈ, ਉਹਨੂੰ 30 ਦਿਨ ਦਾ ਸਮਾਂ ਮਿਲਦਾ ਹੈ ਫੈਡਰਲ ਦੇ ਅੱਗੇ ਅਪੀਲ ਕਰਨ ਦਾ। ਤੇ ਫੈਡਰਲ ਦੀ ਅਪੀਲ ਵਿੱਚ ਦੇਖੋ 2 ਚੀਜ਼ਾਂ ਨੇ ਸਿੱਧੀਆਂ ਸਿੱਧੀਆਂ, ਵੀ ਤੂੰ ਵਿਆਹੀ ਸੀ ਕੁਆਰੀ ਲਿਖਿਆ, ਉਹਦੇ ਕੋਲ ਕੀ ਜਵਾਬ ਦੇਗੀ ਮੈਨੂੰ ਨਹੀਂ ਸਮਝ ਆਉਂਦੀ ਵੀ ਉਹਦਾ ਵਕੀਲ ਵੀ ਕੀ ਜਵਾਬ ਦੇ ਦੇਗਾ। ਧੀਆਂ ਭੈਣਾਂ ਸਾਂਝੀਆਂ, ਡੈਣਾ ਕਿਸੇ ਦੀਆਂ ਸਾਂਝੀਆਂ, 2 ਚੀਜ਼ਾਂ 'ਚ ਫਰਕ ਹੈ। ਜਿਹੜੀਆਂ ਇਹੋ ਜਿਹੇ ਮੁੰਡੇ ਖਾ ਜਾਂਦੀਆਂ ਜਾਂ ਮੁੰਡੇ ਜਿਹੜੀਆਂ
ਇਹੋ ਜਿਹੀਆਂ ਪਰਿਵਾਰਾਂ ਦੀਆਂ ਕੁੜੀਆਂ ਖਾ ਕੇ ਨੇ, ਉਹ ਭੂਤ ਤੇ ਡੈਣਾ ਦੀ ਕੈਟਾਗਰੀ 'ਚ ਆਉਂਦੇ ਨੇ। ਉਹਨਾਂ ਨੂੰ ਧੀਆਂ ਭੈਣਾਂ ਨਾ ਕਹੋ। ਉਹ ਸਾਡੀਆਂ ਬੜੀਆਂ ਇੱਜ਼ਤਦਾਰ ਨੇ ਔਰ ਬੜੀਆਂ ਪਿਆਰ ਦੇਣ ਯੋਗ ਨੇ, ਪਿਆਰ ਲੈਣ ਯੋਗ ਨੇ। ਸਾਡਾ ਸਤਿਕਾਰ ਹੈ, ਸਾਡੇ ਸਿਰ ਦਾ ਤਾਜ ਹੈ ਸਾਡੀਆਂ ਧੀਆਂ ਭੈਣਾਂ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਬਾਹਰ ਗਈ ਕੁੜੀਆਂ ਦੇ ਉਰੇ ਕਿਸ ਤਰ੍ਹਾਂ ਦੇ ਨਾਲ ਸਾਹਮਣੇ ਆਉਂਦੇ ਨੇ ਜਦੋਂ ਲਵਪ੍ਰੀਤ ਸੁਸਾਈਡ ਕਰ ਜਾਂਦਾ। ਕਈ ਪਰਿਵਾਰ ਉੱਠ ਕੇ ਸਾਹਮਣੇ ਆਉਂਦੇ ਨੇ, ਪਰ ਇਹ ਪੂਰੇ ਮਾਮਲਿਆਂ ਦੇ ਵਿੱਚ ਦੇਖਿਆ ਜਾਵੇ ਜਿਹੜਾ ਕੰਟਰੈਕਟ ਮੈਰਿਜ ਦਾ ਜ਼ਿਕਰ ਆਇਆ ਤੇ ਆਖਰਕਾਰ ਪੂਰੇ ਸਮਾਜਿਕ ਤੌਰ ਤੇ ਦੇਖਿਆ ਜਾਵੇ ਹਜੇ ਤੱਕ ਇਹ ਚੀਜ਼ਾਂ ਸਾਹਮਣੇ ਨਹੀਂ ਆਈਆਂ ਸੀ, ਪਰਦੇ ਪਿੱਛੇ ਭਾਵੇਂ ਹੁੰਦੀਆਂ ਸੀ, ਪਰ ਐਡੇ ਵੱਡੇ ਲੈਵਲ ਤੇ ਕਿ ਆਖਰ ਪਿੰਡਾਂ ਤੱਕ ਇਹ ਚੀਜ਼ ਪਹੁੰਚ ਗਈ। ਲਵਪ੍ਰੀਤ ਦੇ ਵਕੀਲ ਸਾਡੇ ਨਾਲ ਨੇ, ਉਹਨਾਂ ਦੇ ਮਾਮਲੇ ਦੀ ਵੀ ਗੱਲ ਕਰਾਂਗੇ ਤੇ ਨਾਲੋਂ ਨਾਲ ਇਹ ਵੀ ਕਿ ਆਖਰਕਾਰ ਕੰਟਰੈਕਟ ਮੈਰਿਜ ਹੈ ਕੀ ਚੀਜ਼, ਕਿੰਨੇ ਘਾਤਕ ਇਹਦੇ ਨਤੀਜੇ ਨੇ, ਸਮਾਜ ਐਕਸੈਪਟ ਕਰਦਾ ਇਸ ਚੀਜ਼ ਨੂੰ। ਸਤਿ ਸ਼੍ਰੀ ਅਕਾਲ ਸੁਨੀਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸੁਨੀਲ ਜੀ, ਦੇਖਿਆ ਜਾਵੇ ਹੁੰਦੇ ਤਾਂ ਸ਼ਾਇਦ ਪਹਿਲਾਂ ਵੀ ਹੋਣੇ ਹੈਗੇ ਕੰਟਰੈਕਟ ਮੈਰਿਜ ਦੇ ਜ਼ਿਕਰ, ਪਰ ਲਵਪ੍ਰੀਤ ਵਾਲੇ ਮਾਮਲੇ ਤੋਂ ਬਾਅਦ ਥੋੜਾ ਜਿਹਾ ਜ਼ਿਆਦਾ ਸਾਹਮਣੇ ਚੀਜ਼ਾਂ ਇਹ ਆ ਗਈਆਂ। ਅਸਲ ਤੌਰ ਤੇ ਹੁੰਦੀ ਕੀ ਹੈ, ਲੀਗਲੀ ਤੌਰ ਤੇ ਕਿ ਇਹਨੂੰ ਸਹੀ ਮੰਨਿਆ ਜਾਂਦਾ ਹੈਗਾ? ਦੇਖੋ, ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਇਹ ਕੋਈ ਨਵੀਂ ਚੀਜ਼ ਨਹੀਂ ਹੈ। ਬੜੇ ਅਫਸੋਸ ਨਾਲ ਕਹਿਣਾ ਆਪਣੇ ਦਰਸ਼ਕਾਂ ਨੂੰ ਕਿ ਸਾਡੀ ਪੰਜਾਬੀ ਅਖਬਾਰ ਕੋਈ ਵੀ ਚੁੱਕ ਲਓ, ਕੋਈ ਪੰਜਾਬੀ ਅਖਬਾਰ ਚੁੱਕ ਲਓ, ਉਹਦੇ ਵਿੱਚ ਸ਼ਰੇਆਮ ਐਡ ਹੈ ਕਿ 5.5 ਬੈਂਡ ਲਈ ਕੁੜੀ, 6 ਬੈਂਡ ਲਈ ਕੁੜੀ ਲਈ ਖਰਚਾ ਕਰਨ ਵਾਲਾ, ਵਿਦੇਸ਼ ਭੇਜਣ ਵਾਲਾ ਪਰਿਵਾਰ ਚਾਹੀਦਾ ਹੈ। ਪਹਿਲਾ ਸਵਾਲ ਮੇਰਾ ਸਰਕਾਰ ਨੂੰ, ਸਰਕਾਰ ਮੈਨੂੰ ਜਵਾਬ ਦੇਵੇ ਇਹੋ ਜੀ ਇਲੀਗਲ ਐਡ ਦੇਣ ਦੀ ਪਰਮਿਸ਼ਨ ਕਿਹਨੇ ਦਿੱਤੀ ਹੈ? ਔਰ ਜੇ ਐਡ ਹੋ ਗਈ ਉਸ ਅਖਬਾਰ 'ਚ, ਅੱਜ ਤੱਕ ਅਖਬਾਰ ਨੂੰ ਬੈਨ ਕਿਉਂ ਨਹੀਂ ਕੀਤਾ ਗਿਆ? ਔਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਉਹਨਾਂ ਪਰਿਵਾਰਾਂ ਦੇ ਖਿਲਾਫ ਜਿਨ੍ਹਾਂ ਨੇ ਇਹੋ ਜਿਹੀਆਂ ਐਡ ਦਿੱਤੀਆਂ? ਇਹ ਕਾਰਨ ਕੀ ਮੰਨਦੇ ਹੋ, ਉਹ ਵੀ ਦੱਸ ਦਿਓ। ਅਖਬਾਰਾਂ ਦਾ ਲਾਲਚ, ਅਖਬਾਰਾਂ ਦਾ ਲਾਲਚ ਕਿ ਸਾਨੂੰ ਪੈਸੇ ਆਉਂਦੇ ਨੇ, ਔਰ ਸਰਕਾਰ ਸਾਡੀ ਅੰਨੀ ਗੂੰਗੀ ਬੋਲੀ ਕਹਿ ਸਕਦੇ ਹਾਂ। ਮੈਂ ਸਪੈਸੀਫਿਕਲੀ ਮੌਜੂਦਾ ਸਰਕਾਰ ਨਹੀਂ, ਮੈਂ ਸਾਰੀਆਂ ਦੀ ਗੱਲ ਕਰਦਾ। ਇਹ ਅੱਜ ਤੋਂ ਬੜੇ ਸਾਲਾਂ ਤੋਂ ਐਡਾਂ ਆ ਰਹੀਆਂ, ਔਰ ਕਿਉਂ ਨਹੀਂ? ਮੈਂ ਮਨੀਸ਼ਾ ਗੁਲਾਟੀ ਮੈਮ ਨੂੰ ਵੀ ਕਿਹਾ ਕਿ ਮੈਮ ਇਹਨਾਂ ਐਡਸ ਦੇ ਉੱਤੇ ਬੈਨ ਤੇ ਤੁਹਾਡਾ ਲਾਣਾ, ਤੁਹਾਡੇ ਕੋਲ ਪਾਵਰ ਹੈਗੀ ਹੈ। ਵਾਈ ਡੋਂਟ ਯੂ ਰਾਈਟ ਟੂ ਯੂਰ ਪਬਲੀਕੇਸ਼ਨ ਡਿਪਾਰਟਮੈਂਟ, DPRO ਨੂੰ ਕਹੋ, DPRO ਉੱਪਰ ਕਵੇ ਤੇ ਸਾਰੀਆਂ ਅਖਬਾਰਾਂ ਨੂੰ ਨੋਟਿਸ ਕੱਢੇ, ਬੈਨ ਕੀਤੇ ਜਾਣੇ ਸਾਰੇ ਚੀਜ਼ਾਂ। ਸੋ ਦੇਖੋ ਕੀ ਕਰਦੇ ਨੇ ਜੀ। ਪਰ ਦੇਖਿਆ ਜਾਵੇ ਜੀ, ਇਸ ਤਰ੍ਹਾਂ ਦੀ ਜਦੋਂ ਮੈਰਿਜਸ ਦਾ ਜੇ ਕਹੀਏ ਕਿ ਪਿੰਡਾਂ ਦੇ ਵਿੱਚ ਆਮ ਤੌਰ ਤੇ ਕਹੀਏ, ਪਿੰਡੂ ਖੇਤਰ ਤੇ ਇੱਕ ਸ਼ਹਿਰੀ ਖੇਤਰ ਦਾ ਅੱਜ ਵੀ ਫਰਕ ਡਿਫਰੈਂਸ ਹੈਗਾ। ਪਿੰਡੂ ਖੇਤਰ 'ਚ ਮੰਨਿਆ ਜਾਂਦਾ ਕਿ ਸਮਾਜਿਕ ਤਾਣੇ ਬੂਣੇ ਨੂੰ ਥੋੜਾ ਜਿਹਾ ਗੰਭੀਰਤਾ ਨਾਲ ਸਮਝਿਆ ਜਾਂਦਾ, ਨਾਜ਼ੁਕਤਾ ਨਾਲ ਅੱਜ ਵੀ। ਹਾਲਾਂਕਿ ਸ਼ਹਿਰਾਂ ਦੇ ਵਿੱਚ ਤੁਹਾਡੇ ਗੁਆਂਢ ਕੀ ਹੋਈ ਜਾਂਦਾ, ਤੁਹਾਡਾ ਗੁਆਂਢੀ ਕੀ ਕਰੀ ਜਾਂਦਾ, ਉਹ ਜ਼ਿਆਦਾ ਮਾਇਨੇ ਨਹੀਂ ਰੱਖਦਾ। ਪਿੰਡਾਂ ਦੇ ਵਿੱਚ ਵੀ ਇਹ ਮੈਰਿਜਾਂ ਦੇ ਕਿਉਂਕਿ ਜਿੰਨੇ ਮਾਮਲੇ ਨਿਕਲ ਕੇ ਆਏ ਨੇ, ਜ਼ਿਆਦਾਤਰ ਦੇਖਿਆ ਜਾਵੇ ਸਾਡਾ ਪਿੰਡੂ ਖੇਤਰ ਆ ਉਹਦੇ ਵਿੱਚ ਦੇਖੋ, ਮੈਂ ਬੜੇ ਅਫਸੋਸ ਨਾਲ ਇੰਨੀ ਗੱਲ ਕਹਿਣਾ ਚਾਹੁੰਦਾ, ਆਪਣੇ ਦਰਸ਼ਕਾਂ ਨੂੰ ਵੀ ਦੱਸਣੀ ਚਾਹੁੰਦਾ ਕਿ ਪਿੰਡੂ ਮੁੰਡੇ ਕੁੜੀਆਂ ਨੇ ਮਾਂ ਪਿਓ ਦੇ ਗਲ 'ਚ ਅੰਗੂਠਾ ਦਿੱਤਾ। ਉਹਨਾਂ ਦੀ ਸ਼ਾਇਦ 2 ਪੁਸ਼ਤਾਂ ਦੀ ਕਮਾਈ ਨੂੰ ਮਿੱਟੀ ਕਰਨ ਦਾ ਇਹਨਾਂ ਨੇ ਪ੍ਰਣ ਲਿੱਤਾ ਹੋਇਆ, ਕਿਉਂਕਿ ਕੁੜੀ ਵੀ ਉਧਰ ਮਾਂ ਦੇ ਗਲ 'ਚ ਜਾਂ ਪਿਓ ਦੇ ਗਲ 'ਚ ਅੰਗੂਠਾ ਦਿੰਦੀ ਕਿ ਮੈਨੂੰ ਕੈਨੇਡਾ ਭੇਜ ਦੇ ਜਾਂ ਨਿਊਜ਼ੀਲੈਂਡ ਭੇਜ ਦੇ, ਆਸਟ੍ਰੇਲੀਆ ਭੇਜ ਦੇ, ਉਧਰ ਮੁੰਡਾ ਦੇਈ ਬੈਠਾ। ਹੁਣ ਉਹਦਾ ਵਿਚਕਾਰਲਾ ਰਸਤਾ ਸਮਾਜ ਨੇ ਕੀ ਲੱਭ ਲਿਆ ਕਿ ਠੀਕ ਹੈ, ਜੇ ਕੁੜੀ ਪੜ੍ਹਾਕੂ ਹੈ, ਉਹਨੇ ਪੜ੍ਹ ਕੇ 6 ਬੈਂਡ ਲੈ ਲਏ ਹੈ ਤੇ ਹੁਣ 20 ਲੱਖ ਰੁਪਈਆ ਚਾਹੀਦਾ ਜਾਂ 25 ਲੱਖ ਰੁਪਈਆ ਚਾਹੀਦਾ, ਉਹ ਕੌਣ ਦੇਗਾ? ਬੜੇ ਸ਼ਰਮ ਦੀ ਔਰ ਅਫਸੋਸ ਦੀ ਗੱਲ ਹੈ ਵੀ ਕੁੜੀ ਵਾਲੇ ਇੰਨੇ ਕੁ ਬੇਸ਼ਰਮ ਹੋਈ ਜਾਂਦੇ ਪਏ ਨੇ। ਉਹ ਕਹਿੰਦੇ ਜੀ ਵਿਆਹ ਦਾ ਖਰਚਾ ਵੀ ਤੁਸੀਂ ਕਰੋ, ਪੈਲੇਸ ਦਾ ਖਰਚਾ ਵੀ ਤੁਸੀਂ ਕਰ ਲਓ, ਲਾਵਾਂ ਵੀ ਤੁਸੀਂ ਦਵਾ ਲਓ, ਅਸੀਂ ਕੁੜੀ ਤੁਹਾਡੇ ਘਰੇ ਤੋਰ ਦਿੰਦੇ ਆ। ਤੇ ਕੁੜੀ 15 ਦਿਨ ਲਈ ਜਾਂ 20 ਦਿਨ ਦਾ ਵਿਆਹ ਹੈ। ਆਈ ਐਮ ਸੌਰੀ ਟੂ ਸੇ, ਬੜੇ ਮੇਰਾ ਪਰਿਵਾਰ ਇਕੱਠੇ ਬਹਿ ਕੇ ਵੇਖ ਰਿਹਾ ਸ਼ੋਅ, ਵੀ 15 ਦਿਨ ਦੇ ਵਿਆਹ ਦੀ ਕੀਮਤ 20-25 ਲੱਖ ਰੁਪਇਆ ਦੇਣ ਨੂੰ ਤਿਆਰ ਬੈਠੇ ਨੇ, ਇਸ ਉਮੀਦ 'ਚ ਕਿ ਅਸੀਂ ਕੈਨੇਡਾ ਚਲ ਜਾਵਾਂਗੇ। ਬਟ ਜਿਸ ਕੁੜੀ ਨੇ, ਜਿਸ ਮੁੰਡੇ ਨੇ, ਮੈਂ ਦੋਨਾਂ ਪੱਖਾਂ ਦੀ ਗੱਲ ਕਰ ਰਿਹਾ, ਜਿਸ ਮੁੰਡੇ ਜਾਂ ਕੁੜੀ ਨੇ ਚੰਡੀਗੜ੍ਹ ਦੇ ਆ ਕੇ ਪਾਰਕ ਨਹੀਂ ਵੇਖੇ, 17 ਦਾ ਪਲਾਜ਼ਾ ਨਹੀਂ ਵੇਖਿਆ, ਇਲਾਂਟੇ ਮਾਲ ਨਹੀਂ ਵੇਖਿਆ, ਰੱਜ ਕੇ ਨਹੀਂ ਵੇਖਿਆ, ਪਾਂ ਘੁੰਮਣ ਆਏ ਹੋਣੇ ਆ, ਉਹਨੂੰ ਕੈਨੇਡਾ ਵੇਖਣ ਨੂੰ ਮਿਲ ਜੇ। ਸਾਡੇ ਪਿੰਡਾਂ 'ਚ ਅੱਜ ਵੀ ਭਾਜੀ ਉਹ ਸ਼ਰਮ ਹੈਗੀ ਹੈ ਕਿ ਜਦੋਂ ਕੋਈ ਲੜਕੀ ਜਾਂ ਲੜਕਾ ਘਰ ਦਾ ਹੈ, ਉਹਦਾ ਪੂਰਾ ਪਿੰਡ ਹੀ ਮਾਮਾ ਚਾਚਾ ਲੱਗਦਾ ਹੈ ਤੇ ਉਹਨੂੰ ਹਰ ਬੰਦਾ ਪਛਾਣਦਾ ਵੀ ਫਲਾਣੇ ਦੀ ਕੁੜੀ ਹੈ ਤੇ ਫਲਾਣੇ ਦਾ ਮੁੰਡਾ ਹੈ। ਤੇ ਪਿੰਡ 'ਚ ਕਿਸੇ ਕਿਸਮ ਦਾ ਚੋਲ ਮੋਲ ਕਰਨ ਤੋਂ ਪਹਿਲਾਂ ਉਹਨਾਂ ਨੂੰ ਸ਼ਰਮ ਆਉਂਦੀ ਹੈ, ਡਰਦੇ ਹੈ, ਜੇ ਕਰਦੇ ਵੀ ਹੈ ਤੇ ਉੱਥੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ। ਤੇ ਜਦੋਂ ਮਾਂ ਪਿਓ ਦੀਆਂ ਅੱਖਾਂ ਅੱਗੇ ਨੇ, ਪਰਿਵਾਰ ਦੀਆਂ ਅੱਖਾਂ ਅੱਗੇ ਨੇ, ਪਿੰਡ ਦੀਆਂ ਅੱਖਾਂ ਅੱਗੇ ਨੇ, ਉਦੋਂ ਇੱਕ ਸ਼ਿਕੰਜੇ 'ਚ ਬੰਦ ਨੇ। ਤੇ ਜਿੱਦਣ ਉਹ ਸ਼ਿਕੰਜਾ ਖੁੱਲਦਾ, ਪੰਜਾਬੀ 'ਚ ਕਹਾਂ ਹੋਛੇ ਹੋ ਜਾਂਦੇ ਆ। ਹੋਰ ਮਾੜਾ ਸ਼ਬਦ ਵਰਤਾਂ ਤੇ ਪੰਜਾਬੀ 'ਚ ਅਸੀਂ ਕਹਿੰਦੇ ਬਾਂਦਰ ਬਣ ਜਾਂਦੇ ਪਿੰਡਾਂ 'ਚ, ਕਿ ਫਲਾਣਾ ਬਾਂਦਰ ਬਣ ਗਈ। ਸੋ ਇਹ ਸਮਾਜਿਕ ਸ਼ਬਦ ਨੇ, ਵਕੀਲ ਹੁੰਦੇ ਨੇ ਤੇ ਨਹੀਂ ਚੰਗਾ ਲੱਗਦਾ, ਪਰ ਫਿਰ ਵੀ ਕਹਿਣੇ ਪੈ ਰਹੇ ਨੇ। ਉਹ ਹੋਛਾਪਨ ਜਿਹੜਾ, ਉਹ ਜਦੋਂ ਫੋਰਨ ਜਾਂਦੇ ਨੇ, ਉੱਥੇ ਜਾ ਕੇ ਕੈਨੇਡਾ ਦੀ ਧਰਤੀ ਤੇ ਪੈਰ ਰੱਖਦੇ ਆ, ਸਾਰਾ ਦਿਮਾਗ ਹੋ ਜਾਂਦਾ ਖਰਾਬ, ਜ਼ਿੰਮੇਵਾਰੀਆਂ ਭੁੱਲ ਜਾਂਦੀਆਂ। ਤੇ ਕਿਤੇ ਨਾ ਕਿਤੇ ਉਹਨਾਂ ਕੁੜੀ ਮੁੰਡੇ ਦੇ ਮਾਂ ਪਿਓ ਵੀ ਜ਼ਿੰਮੇਦਾਰ ਨੇ ਇੰਡੀਆ 'ਚ ਬੈਠੇ, ਕਿਉਂਕਿ ਉਹ ਵੀ ਕਹਿੰਦੇ ਠੀਕ ਹੈ ਜੋ ਕਰਨਾ ਕਰ, ਹੁਣ ਤੂੰ ਪੈਸੇ ਲਾ ਕੇ ਪਹੁੰਚ ਗਈ ਹੈ ਜਾਂ ਪਹੁੰਚ ਗਿਆ, ਹੁਣ ਤੂੰ ਜਿਹੜਾ ਧੋਖਾ ਦੇਣਾ ਦੇ, ਤੇਰਾ ਕੋਈ ਨਹੀਂ ਕੁਛ ਵਿਗਾੜ ਸਕਦਾ, ਕਿਉਂਕਿ ਕਾਨੂੰਨ ਉੱਥੇ ਤੱਕ ਕਿਦੋਂ ਪਹੁੰਚੇਗਾ।
ਮੈਂ ਇੰਨੀ ਗੱਲ ਆਪਣੇ ਦਰਸ਼ਕਾਂ ਨੂੰ ਦੱਸ ਦਿੰਦਾ ਕਿ 27 ਸਾਲ ਬਾਅਦ ਵੀ ਇੱਕ ਮੁੱਦਾ ਫੜਿਆ ਗਿਆ ਸੀ ਔਰ ਪਟਿਆਲੇ ਤੋਂ ਬੰਦਾ ਅਰੈਸਟ ਹੋਇਆ ਸੀ ਤੇ 27 ਸਾਲਾਂ ਬਾਅਦ ਉਹ ਹੁਣ ਜੇਲ੍ਹ 'ਚ ਰਹਿ ਰਿਹਾ ਇੰਡੀਆ ਦੀ USA ਸਿਟੀਜ਼ਨ ਬਣਨ ਤੋਂ ਬਾਅਦ। ਸੋ ਠੀਕ ਹੈ, ਜਦ ਤੱਕ ਤੁਹਾਡੀ ਪੈਰਵਾਈ ਨਹੀਂ ਹੋਈ ਤਦ ਤੱਕ ਤੁਸੀਂ ਫੜੇ ਨਹੀਂ ਗਏ, ਪਰ ਜੇ ਪੈਰਵਾਈ ਹੋ ਗਈ ਤੇ ਬਚੋਗੇ ਨਹੀਂ। ਇਹ ਪੱਕੀ ਗਰੰਟੀ ਮੈਂ ਦਿੰਦਾ ਤੁਹਾਨੂੰ ਵੀ ਤੁਸੀਂ ਬਚਣ ਦਾ ਤੁਹਾਡਾ ਕੋਈ ਜ਼ਰੀਆ ਨਹੀਂ ਹੈ। ਸੋ ਜਦੋਂ ਤੁਸੀਂ ਫੋਰਨ ਚਲ ਗਏ, ਹੁਣ ਉੱਥੇ ਜਾ ਕੇ ਕੀ ਹੁੰਦਾ, ਤੁਹਾਡੇ ਵਰਗਾ ਵੀਰ ਪਹਿਲਾਂ ਸੋਹਣਾ ਸੁਨੱਖਾ ਸੈੱਟ ਹੋਇਆ ਹੁੰਦਾ, ਮਾੜਾ ਮੋਟਾ ਉਹਨੂੰ ਸਿਸਟਮ ਦੀ ਸਮਝ ਆਈ ਹੁੰਦੀ ਹੈ, ਤੇ ਉਹ ਜਿਹੜੀ ਕੁੜੀ ਨਵੀਂ ਆਈ ਹੁੰਦੀ ਉਹ ਪਤਾ ਤਾਂ ਲੱਗ ਹੀ ਜਾਂਦਾ ਨਵੀਂ ਆਈ ਹੈ। ਹੁਣ ਉਹਨੂੰ ਕਹਿੰਦਾ ਚੱਲ ਆ ਤੈਨੂੰ ਡਾਊਨਟਾਊਨ ਘੁਮਾਉਣਾ, ਪਹਿਲੇ ਦਿਨ ਆਈਸਕ੍ਰੀਮ ਖਵਾਉਂਦਾ, ਦੂਜੇ ਦਿਨ ਡਾਊਨਟਾਊਨ ਘੁਮਾਉਂਦਾ ਤੇ ਤੀਜੇ ਦਿਨ ਅਗਲੇ ਭੰਗੜੇ ਪੈਣੇ ਸ਼ੁਰੂ ਹੋ ਜਾਂਦੇ ਨੇ। ਫਿਰ ਮਕਾਨਾਂ ਦੇ ਕਿਰਾਏ ਵੀ ਦਿੱਤੇ ਜਾਂਦੇ ਨੇ, ਫਿਰ ਇਹਨਾਂ ਦੇ ਕੱਪੜੇ ਵੀ ਖਰੀਦੀਆਂ ਜਾਂਦੀਆਂ। ਮੇਰੇ ਕੋਲ ਬੇਅੰਤ ਕੌਰ ਦੀਆਂ ਮੁੰਡੇ ਨੂੰ ਫੁੱਲ ਦਿੰਦੇ ਤੇ ਫੁੱਲ ਲੈਂਦੇ ਦੀਆਂ ਗੁਲਦਸਤੇ ਫੋਟੋਆਂ ਨੇ। ਪਰ ਉਹ ਤਾਂ ਕਹਿੰਦੇ ਵੀ ਉਧਰ ਬਾਹਰਲਾ ਤਾਂ ਕਲਚਰ ਹੀ ਇਸ ਤਰ੍ਹਾਂ ਦਾ ਹੈਗਾ, ਕੋਈ ਉੱਥੇ ਇਸ ਚੀਜ਼ ਨੂੰ ਗੰਭੀਰਤਾ ਨਾਲ ਲੈਣੀ ਨਹੀਂ ਚਾਹੀਦਾ। ਸੀਰੀਅਸ ਸਰ ਤੁਸੀਂ ਅੱਜ ਵੀ ਇੰਡੀਅਨ ਹੋ, ਜਦ ਤੱਕ ਤੁਸੀਂ ਉਧਰ ਦੇ ਸਿਟੀਜ਼ਨ ਨਹੀਂ ਬਣੇ, ਤੁਸੀਂ ਜੰਮਪਲ ਇੱਥੋਂ ਦੇ ਹੋ, ਤੁਸੀਂ ਮਰਿਆਦਾ ਇੱਥੋਂ ਦੀ ਗੱਲ ਕਰੋਗੇ। ਔਰ ਇੰਡੀਅਨ ਮਰਿਆਦਾ ਨੂੰ ਧਿਆਨ 'ਚ ਰੱਖਦੇ ਹੋਏ ਤੁਸੀਂ ਉੱਥੇ ਜਾ ਕੇ ਆਪਣਾ ਕਲਚਰ ਛੱਡਦੇ ਪਏ ਹੋ, ਥੋੜ੍ਹੇ ਜਿਹੇ ਪੈਸਿਆਂ ਖਾਤਰ ਆਪਣਾ ਜ਼ਮੀਰ ਵੇਚਦੇ ਪਏ ਹੋ, ਜਿਹੜਾ ਵੀ ਜਾ ਰਿਹਾ। ਸੋ ਉਧਰ ਦਾ ਕਲਚਰ ਵੀ ਸਾਡੇ ਪੰਜਾਬੀ ਹੋਈ ਨਹੀਂ, ਉਧਰ ਪੰਜਾਬੀ 'ਚ ਬੋਰਡ ਲੱਗ ਗਏ ਉੱਥੇ, ਤੇ ਉੱਥੇ ਵੀ ਪੰਜਾਬੀਅਤ ਕਲਚਰ ਹੀ ਹੈ ਅੱਜ ਵੀ। ਉੱਥੇ ਵੀ ਮਹਾਰਾਜ ਦੀ ਦੇਹ ਦੇ ਸਾਹਮਣੇ ਅਸੀਂ ਲਾਵਾਂ ਲੈ ਰਹੇ ਹਾਂ, ਉੱਥੇ ਕੋਈ ਕ੍ਰਿਸਚਨ ਮੈਰਿਜ ਨਹੀਂ ਕਰਾ ਰਹੇ ਅਸੀਂ। ਸਾਡੇ ਪੰਜਾਬੀ ਪਰਿਵਾਰ ਉੱਥੇ ਵੀ ਗੁਰਦੁਆਰੇ ਬਣ ਗਏ ਨੇ, ਉਸ ਗੁਰਦੁਆਰਾ ਸਾਹਿਬ 'ਚ ਲਾਵਾਂ ਹੁੰਦੀਆਂ ਨੇ। ਅਸੀਂ ਕਿੱਦਾਂ ਫੋਰਨਰ ਬਣ ਜਾਈਏ? ਔਰ ਫੋਰਨਰ ਕਲਚਰ ਸਾਡੇ ਤੋਂ ਜ਼ਿਆਦਾ ਪਵਿੱਤਰ ਹੈ। ਨੋ ਡਾਊਟ ਫਰਸਟ੍ਰੇਸ਼ਨ ਲੈਵਲ ਉਹਨਾਂ 'ਚ ਵੀ ਹੈ, ਔਰ ਜਿਹੜੇ ਉੱਥੇ ਕੁਝ ਗਲਤ ਲੋਕ ਨੇ ਉਹ ਇਹੋ ਜਿਹੇ ਕੰਮ ਕਰਦੇ ਪਏ ਨੇ ਤੇ ਉਹਨੂੰ ਤੁਸੀਂ ਆਜ਼ਾਦੀ ਕਹਿੰਦੇ ਹੋ ਤੇ ਸ਼ਰਮ ਦੀ ਗੱਲ ਹੈ। ਉਹ ਆਜ਼ਾਦੀ ਨਹੀਂ ਹੈ। ਮਾਂ ਪਿਓ ਦੀ ਸ਼ਰਮ 'ਚ ਰਹਿਣਾ, ਪਰਿਵਾਰ ਦੀ ਸ਼ਰਮ 'ਚ ਰਹਿਣਾ, ਸਮਾਜ ਦੀ ਸ਼ਰਮ 'ਚ ਰਹਿਣਾ, ਉਸ ਮਰਿਆਦਾ 'ਚ ਰਹਿਣਾ ਹੀ ਮਰਦਾਨਗੀ ਹੈ। ਔਰ ਆਪਣੇ ਆਪ ਨੂੰ ਕੰਟਰੋਲ 'ਚ ਰੱਖਣਾ ਮਰਦਾਨਗੀ ਹੈ। ਤੁਹਾਡੀ ਜ਼ੁਬਾਨ 'ਚ ਵਚਨ, ਜੋ ਮੂੰਹ ਸ਼ਬਦ ਨਿਕਲਣ ਉਹ ਵਚਨ ਹੋਣੇ ਚਾਹੀਦੇ ਆ, ਔਰ ਤੁਸੀਂ ਉਹਦਾ ਪਾਲਣ ਕਰੋ, ਇਹ ਮਰਦਾਨਗੀ ਹੈ। ਨਾ ਕਿ ਅੱਜ 4 ਰਾਤਾਂ ਇੱਥੇ ਕਿਸੇ ਨਾਲ ਸੁੱਤੇ ਹੋ ਤੇ ਉੱਥੇ ਜਾ ਕੇ ਕਿਸੇ ਹੋਰ ਨਾਲ ਸੌ ਰਹੇ ਹੋ ਤੇ ਰੋਜ਼ ਉੱਥੇ ਵੀ ਆਪਣਾ ਯਾਰ ਨਵਾਂ ਬਦਲਦੇ ਪਏ ਹੋ। ਮੁੰਡੇ ਤੇ ਕੁੜੀ ਦੋਨਾਂ ਲਈ ਮੈਂ ਗੱਲ ਕਰਦਾ। ਸੋ ਇਹ ਮਰਿਆਦਾ ਤੋਂ ਖਿਲਾਫ ਹੈ, ਪਾਪ ਹੈ। ਤਾਂ ਕਰਕੇ ਲੱਗਦਾ ਹੈ ਕਿ ਐਡਾ ਵੱਡਾ ਸਟੈਪ ਫਿਰ ਲਵਪ੍ਰੀਤ ਨੇ ਚੱਕਣਾ ਪੈ ਗਿਆ ਤੇ ਆਖਰਕਾਰ ਜੇ ਦੇਖਿਆ ਜਾਵੇ ਇੱਕ ਮਾਂ ਪਿਓ ਦਾ, ਇੱਕ ਘਰ ਦਾ ਪੁੱਤ ਚਲਿਆ ਜਾਂਦਾ ਹੈਗਾ। ਪਰ ਦੂਜੇ ਪਾਸੇ ਦੇਖਿਆ ਜਾਵੇ ਜੀ ਬੇਅੰਤ ਕੌਰ ਦੀਆਂ ਵੀ ਤੁਸੀਂ ਸਫਾਈਆਂ ਸੁਣੀਆਂ ਹੀ ਹੋਣੀਆਂ ਗੀਆਂ ਸਾਰੀਆਂ ਕਿਸ ਤਰ੍ਹਾਂ ਦੇ ਨਾਲ, ਉਹ ਕਿਤੇ ਨਾ ਕਿਤੇ ਜੇ ਉਹਨੂੰ ਦੇਖੀਏ ਤਾਂ ਉਹ ਸਹੀ ਲੱਗਦਾ ਕਿ ਠੀਕ ਹੈ ਕੁੜੀ ਮਜਬੂਰ ਸੀ, ਸ਼ਾਇਦ ਲਵਪ੍ਰੀਤ ਨਹੀਂ ਸਮਝ ਪਾਇਆ। ਦੋਨੇ ਪਾਸੇ ਜਦੋਂ ਦੇਖਦੇ ਆ ਐਂਗਲ, ਤੁਸੀਂ ਹੁਣ ਤੱਕ ਕੀ ਜੱਜ ਕਰਿਆ? ਕਿਉਂਕਿ ਤੁਸੀਂ ਵਕੀਲ ਹੋ ਤਾਂ ਆਖਰ ਕਰਕੇ ਜਦੋਂ ਤੁਸੀਂ ਸਾਹਮਣੇ ਚੀਜ਼ਾਂ ਰੱਖਣੀਆਂ ਨੇ ਤੁਸੀਂ ਉਹ ਚੀਜ਼ ਵੀ ਤੋਲੋ ਮੋਲੋਗੇ ਕਿ ਆਖਰ ਕੁੜੀ ਕੀ ਕਹਿ ਰਹੀ ਹੈ। ਡੈਫੀਨੇਟਲੀ ਜਦੋਂ ਇੱਕ ਕੋਈ ਵੀ ਮੇਰੇ ਜਿਹੜੇ ਸੀਨੀਅਰ ਜਿਨ੍ਹਾਂ ਨੇ ਕੋਲੋਂ ਅਸੀਂ ਕੰਮ ਸਿੱਖਿਆ ਉਹ ਹਮੇਸ਼ਾ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਡਿਫੈਂਸ ਵੇਖੋ। ਮੈਂ ਪ੍ਰੋਸੀਕਿਊਸ਼ਨ 'ਚ ਹਾਂ ਤੇ ਡਿਫੈਂਸ ਕੀ ਲਈ ਜਾ ਸਕਦੀ ਹੈ। ਹੁਣ ਮੈਂ ਤੁਹਾਨੂੰ ਕੜੀਆਂ ਜੋੜਦਾ, ਮੇਰੀ ਜਨਤਾ ਬਹੁਤ ਇੰਟੈਲੀਜੈਂਟ ਹੈ, ਉਹਨੂੰ ਸਾਰੀ ਗੱਲ ਸਮਝ ਲੱਗਦੀ ਹੈ। ਕੁੜੀ ਦੀ ਕੋਈ ਵੀ ਸਟੇਟਮੈਂਟ ਬੜੇ ਧਿਆਨ ਨਾਲ ਸੁਣ ਲਓ, ਸਕ੍ਰਿਪਟਡ ਹੈ। ਉਹਦਾ ਅੱਖ ਦਾ ਇਸ਼ਾਰਾ ਤੇ ਡੇਲੇ ਧਿਆਨ ਨਾਲ ਚੈੱਕ ਕਰੋ, ਉਹਦੇ ਕੋਲ ਕੋਈ ਬੈਠਾ ਉਹਨੂੰ ਸਕ੍ਰਿਪਟਿੰਗ ਦੇ ਰਿਹਾ। ਔਰ ਮੈਂ ਵੀ ਸਟ੍ਰਿੰਗ ਆਪਰੇਸ਼ਨ ਕਰਾਇਆ ਸੀ, ਮੈਂ ਹਰ ਚੈਨਲ ਨੂੰ ਦੱਸਿਆ। ਤੁਹਾਡੇ ਵਰਗੇ ਵੀਰ ਨੂੰ ਕਿਹਾ ਸੀ ਜਰਾ ਮਾੜੀ ਜੀ ਗੱਲ ਕਰ, ਉਹਨਾਂ ਦੇ ਕਜ਼ਨ ਨਾਲ ਗੱਲ-ਗੁਲ ਕਰਨ ਤੋਂ ਬਾਅਦ ਕਹਿੰਦਾ ਜੀ ਸਵਾਲ ਵੀ ਸਾਡੇ, ਜਵਾਬ ਵੀ ਸਾਡੇ, ਕ੍ਰਾਸ ਕੁਐਸਚਨ ਕੋਈ ਨਹੀਂ। ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤੇ ਮੈਂ ਉਹਨੂੰ ਕਹਿ ਦੇਣਾ ਉਹ ਇੰਟਰਵਿਊ 'ਚ ਤੁਹਾਡੇ ਕੋਲ ਆਨਲਾਈਨ ਆ ਜਾਂਦੀ ਹੈ। ਯੈਸ, ਸੋ ਬੜੀ ਵੱਡੀ ਗੱਲ ਹੈ ਸੋਚਣ ਵਾਲੀ। ਮੋਰ ਓਵਰ ਉਹਦੇ ਕੋਲ ਸਵਾਲ ਪੁੱਛੋ ਕੋਈ ਵੀ ਤੇ ਮੁੜ ਕੇ ਜਵਾਬ ਕੀ ਆਉਂਦਾ ਹੈ ਕਿ ਮੇਰੇ ਵਕੀਲ ਜਵਾਬ ਦੇਣਗੇ। ਮੇਰਾ ਫਿਰ ਉੱਥੇ ਸਵਾਲ ਹੈ ਕਿ ਫੋਟੋ ਤੂੰ ਆਪਣੇ ਵਕੀਲ ਸਾਹਿਬ ਕੋ ਖਿਚਾਈ ਸੀ? ਜਿਹੜੇ ਤੇਰੇ ਵਕੀਲ ਜਵਾਬ ਦੇਣਗੇ। ਜਿਹੜਾ ਬੰਦਾ ਕਰਪਟ ਹੈ, ਜਿਹੜਾ ਬੰਦਾ ਕਰੂਅਲ ਹੈ, ਉਹ ਬੰਦਾ ਹਮੇਸ਼ਾ ਇਹੋ ਜਿਹੇ ਪੁੱਠੇ ਜਵਾਬ ਦੇਗਾ। ਮੈਨੂੰ ਪੁੱਛੋ ਨਾ ਅੱਜ ਮੇਰੀ ਫੋਟੋ ਤੁਹਾਡੇ ਨਾਲ ਹੈਗੀ ਹੈ ਕਿ ਨਹੀਂ ਹੈਗੀ, ਮੈਂ ਚੈਨਲ ਦੇ ਸਾਹਮਣੇ ਕੈਮਰਾ ਸਾਹਮਣੇ ਇਹ ਸਟੇਟਮੈਂਟ ਦਿੱਤੀ ਕਿ ਨਹੀਂ ਦਿੱਤੀ? ਕੀ ਮੈਂ ਕਹੂੰਗਾ ਮੇਰੇ ਵਕੀਲ ਸਾਹਿਬ ਨੂੰ ਪੁੱਛੋ ਕਿ ਮੈਂ ਦੱਸੂੰਗਾ ਕਿ ਮੇਰਾ ਵੀਰ ਆਇਆ ਸੀ ਡੇਲੀ ਪੋਸਟ ਤੋਂ ਤੇ ਉਹਨੂੰ ਪੁੱਛੋ? ਅਸੀਂ ਦੋਨਾਂ ਦੇ ਤੇ ਤੀਸਰਾ ਕੈਮਰਾਮੈਨ ਸਾਡਾ ਗਵਾਹ ਹੈ। ਸੋ ਅਸੀਂ ਕਿਉਂ ਨਹੀਂ ਐਡਮਿਟ ਕਰਾਂਗੇ? ਸੋ ਜੇ ਮੈਂ ਇਹੋ ਜਿਹੇ ਪੁੱਠੇ ਸਵਾਲ ਦੇਵਾਂਗਾ ਤੇ ਸਵਾਲੀਆ ਨਿਸ਼ਾਨ ਤੇ ਉੱਥੋਂ ਲੱਗ ਜਾਂਦਾ। ਅਗਲਾ ਸਵਾਲੀਆ ਨਿਸ਼ਾਨ, ਇਸ ਕੁੜੀ ਦੀ ਨੇਲ ਪਾਲਿਸ਼ ਉਤਰੀ ਕਿਸੇ ਵੀ ਸ਼ੋਅ 'ਚ, ਕਿਸੇ ਚੈਨਲ ਤੇ ਚੈੱਕ ਕਰ ਲਓ, ਜਿੱਥੇ ਵੀ ਇਹਨੇ ਇੰਟਰਵਿਊ ਦਿੱਤੀ ਹੈ। ਫਿਰ ਕਿਤੇ ਇਹਦੀ ਮੇਕਅਪ ਉਤਰਿਆ, ਕਿਤੇ ਇਹਦੀ ਲਿਪਸਟਿਕ ਉਤਰੀ, ਕਿਤੇ ਇਹਦੀਆਂ ਮੀਡੀਆ ਖਤਮ ਹੋਈਆਂ। ਜਿੱਥੇ ਵੀ ਇਹਨੇ ਗੱਲ ਕੀਤੀ ਹੈ ਸਕ੍ਰਿਪਟਡ ਕੀਤੀ ਹੈ। ਔਰ ਹੁਣ ਮੈਂ ਸਟੈਪ ਆ ਜਾਣਾ ਲੀਗਲ ਸਟੈਪ ਤੇ। ਇੰਡੀਆ 'ਚ ਤੇਰਾ ਮੰਗਣਾ ਹੁੰਦਾ, 8 ਮਹੀਨੇ ਤੇਰਾ ਮੰਗਣਾ ਰਹਿੰਦਾ। ਮੰਗਣੇ ਤੋਂ ਬਾਅਦ ਤੇਰਾ ਸਹੁਰਾ ਪਰਿਵਾਰ ਤੇਰੇ ਤੇ ਪੈਸੇ ਖਰਚ ਕਰਦਾ, ਤੈਨੂੰ ਬਾਹਰ ਭੇਜਦਾ। ਜਦੋਂ ਤੂੰ ਫੋਰਨ ਚਲੀ ਜਾਂਦੀ ਹੈ ਤੂੰ ਆਪਣੇ ਆਪ ਨੂੰ ਕੁਆਰਾ ਲਿਖਾਨੀ ਹੈ, ਜਾਇਜ਼ ਹੈ। ਉਸ ਤੋਂ ਬਾਅਦ ਤੂੰ ਆਪਣਾ ਪਾਸਪੋਰਟ ਤੇ ਰਿਨਿਊ ਕਰਾਉਣੀ ਹੈ ਫੋਰਨ 'ਚ, ਸ਼ਾਦੀ ਤੋਂ ਬਾਅਦ ਜਦੋਂ ਰਿਨਿਊ ਕਰਾਉਣੀ ਹੈ ਤੇ ਉੱਥੇ ਆਪਣਾ ਪਤੀ ਦਾ ਨਾਂ ਕਿਉਂ ਨਹੀਂ ਐਡ ਕਰਾਉਂਦੀ ਹੈ? ਹੈਗਾ ਸਵਾਲ?
ਹੈਗਾ ਜਵਾਬ। ਜਨਤਾ ਸਵਾਲ ਪੁੱਛੇਗੀ, ਇਹ ਜਨਤਾ ਨੇ ਮੈਨੂੰ ਸਵਾਲ ਦਿੱਤੇ ਨੇ, ਜਨਤਾ ਨੇ ਇਹ ਗੱਲਾਂ ਦੱਸ ਰਹੇ ਨੇ। ਫਿਰ ਚਲੋ ਉੱਥੇ ਵੀ ਨਹੀਂ ਤੂੰ ਦਿੱਤਾ, ਤੇਰੀ 3 ਸਾਲ ਦੀ ਸਟੱਡੀ ਕੰਪਲੀਟ ਹੁੰਦੀ ਹੈ। ਅੱਛਾ, ਵਿਆਹ ਕਰਾ ਕੇ ਜਦੋਂ ਤੂੰ ਵਾਪਸ ਜਾਣੀ ਹੈ, ਜਾਣ ਤੋਂ ਬਾਅਦ ਕਿਆ ਤੂੰ ਆਪਣੇ ਕਾਲਜ ਵਿੱਚ ਆਪਣਾ ਮੈਰਿਟਲ ਸਟੇਟਸ ਚੇਂਜ ਕਰਾਉਣੀ ਹੈ? ਜੇ ਤੂੰ ਇਮਾਨਦਾਰ ਹੁੰਦੀ ਤੇ ਉੱਥੇ ਜਾ ਕੇ ਵੀ ਮੈਰਿਟਲ ਸਟੇਟਸ ਚੇਂਜ ਕਰਾਉਣੀ। ਸਭ ਕਿਉਂਕਿ ਤੁਹਾਡੇ ਕੋਲ ਅਮੂਮਨ ਮਾਮਲੇ ਵੀ ਆਉਂਦੇ ਹੋਣੇ ਕਈ ਵਾਰ, ਆਪਣੀ ਜੇ ਜ਼ਿੰਦਗੀ ਦੇ ਵਿੱਚ ਵੀ ਲਾਇਆ ਜਾਵੇ, ਕਿਉਂਕਿ ਕਾਨੂੰਨੀ ਪੱਖ ਕਹਿੰਦੇ ਨੇ ਵੀ ਕਿ ਕਾਨੂੰਨੀ ਪੱਖ ਜਦੋਂ ਤੁਸੀਂ ਔਨ ਦਾ ਰਿਕਾਰਡ, ਜਿਵੇਂ ਕਿ ਹੁਣ ਕੋਰਟ 'ਚ ਜਾਣੀਆਂ ਨੇ ਸਾਰੀਆਂ ਚੀਜ਼ਾਂ, ਉੱਥੇ ਵਾਸਤੇ ਹੋ ਜਾਂਦੀਆਂ, ਪਰ ਨੈਚੁਰਲ ਜ਼ਿੰਦਗੀ 'ਚ ਹੁੰਦਾ ਇਹ ਹੈ ਕਿ ਮੇਰੇ ਕੋਲ ਸਮਾਂ ਨਹੀਂ ਹੈਗਾ, ਜਾਂ ਮੈਂ ਜਾ ਨਹੀਂ ਪਾਇਆ, ਜਾਂ ਅਸੀਂ ਉਹਨਾਂ ਸੀਰੀਅਸਲੀ ਨੇ ਉਸ ਚੀਜ਼ ਨੂੰ ਲਿਆ। ਇਹ ਕੋਈ ਬਚਾਓ ਦਾ ਰਸਤਾ ਹੋਏਗਾ ਉਹਦਾ? ਇਗਨੋਰੈਂਸ ਆਫ ਲਾਅ ਇਜ਼ ਨਾਟ ਐਨ ਐਕਸਕਿਊਜ਼। ਮੈਂ ਬੰਦੂਕ ਹੁਣੇ ਚੱਕਦਾ, ਇੱਕ ਗੋਲੀ ਮਾਰਦਾ, ਤੁਸੀਂ ਮਰ ਜਾਂਦੇ ਹੋ, ਤੇ ਮੈਂ ਇਹ ਬਿਆਨ ਦੇਵਾਂ ਕਿ ਮੇਰੇ ਕੋਲ ਸਮਾਂ ਨਹੀਂ ਸੀ, ਮੈਨੂੰ ਸਮਝ ਨਹੀਂ ਆਈ ਤੇ ਮੈਂ ਇਹਨੂੰ ਗੋਲੀ ਮਾਰਤੀ, ਮੈਨੂੰ ਪਤਾ ਨਹੀਂ ਸੀ ਇਹਨੂੰ ਗੋਲੀ ਮਾਰਨਾ ਕਾਨੂੰਨਨ ਜੁਰਮ ਹੈ ਤੇ 302 ਦੀ ਧਾਰਾ ਲੱਗਦੀ ਹੈ, ਤੇ ਮੇਰਾ ਬਚਾਅ ਹੈਗਾ? ਦਿਓ ਜਵਾਬ। ਜਨਤਾ ਦੇ ਦੇਵੇ ਜਵਾਬ। ਯੈਸ, ਨਹੀਂ ਕਹਿ ਸਕਦਾ। ਇਗਨੋਰੈਂਸ ਆਫ ਲਾ ਇਜ਼ ਨਾਟ ਐਨ ਐਕਸਕਿਊਜ਼। ਪਹਿਲੀ ਗੱਲ, ਇਹਨੂੰ ਵੀ ਪਤਾ ਹੈ ਕਿ ਸਪਾਊਸ ਦੀ ਐਂਟਰੀ ਹੋਏਗੀ ਤੇ ਮੈਂ ਆਪਣੇ ਹਸਬੈਂਡ ਨੂੰ ਬੁਲਾ ਸਕਾਂਗੀ। ਭੁੱਲ ਜੀਏ, 1 ਮਿੰਟ ਉਹ ਵੀ ਭੁੱਲ ਜਾਓ। ਚੈਟ ਦਿਖਾਣਾ ਤੁਹਾਨੂੰ ਮੈਂ, ਮੇਰੇ ਕੋਲ ਆਲਮੋਸਟ ਥੱਦੀ ਭਰੀ ਪਈ ਹੈ ਚੈਟ ਦੀ। ਮੈਂ ਥੋੜੀ ਜਿਹੀ ਤੁਹਾਨੂੰ ਚਿਹਰਾ ਕਰਾ ਦਿੰਦਾ ਚੈਟ ਔਰ ਬਾਕੀ ਕਮਿਊਨੀਕੇਸ਼ਨ ਨਾਲ। ਤੇ ਆਹ ਥੱਦੀ ਚੈਟ ਦੀ ਹੈ, ਕਾਫੀ ਮੋਟੀ ਹੈ, ਤੁਸੀਂ ਦੇਖ ਸਕਦੇ ਹੋ। ਸਾਰਿਆਂ ਦੇ ਅਸੀਂ ਨਿਸ਼ਾਨ ਲਾਏ ਆ, ਸਟਾਰ ਲਾਏ ਆ, ਠੀਕ। ਫਿਰ ਆ ਜਾਓ ਅੱਗੇ। सोलह पेजां की चैट मेरी टीम इनू पढ़ रही है, असी कली कली लाइन पढ़ रहे हैं। होर आ जाओ अगे। हलो टिक्कां वजियां, कित्थे कित्थे उन्हें की बोलिया, हाईलाइट किया है। बेअंत कल मैं अपनी जिंदगी का नैगेटिव स्टैप चकना जो मैं तेनू किन्नी वार कह चुका। ये तरीक मेरे को है नहीं गी। माई क्वीन ये मुंडा कह रहा है, स्टार लगा है, वो 7 ਤੋਂ 8 ਵਾਰੀ ਕਹਿ ਚੁੱਕਾ ਇਹਨੂੰ। ਪਿਛਲੇ ਸਾਲ ਜੂਨ ਜੁਲਾਈ ਤੋਂ ਲੈ ਕੇ ਇਹਨੂੰ 8 ਵਾਰ ਕਹਿ ਚੁੱਕਾ ਸੀ। ਉਸ ਤੋਂ ਪਹਿਲਾਂ ਇਹਨੂੰ ਸੁਸਾਈਡ ਨੋਟ ਵੀ ਭੇਜ ਚੁੱਕਾ ਹੈ। ਜ਼ਿੰਦਗੀ 'ਚ ਕੁਝ ਹੁੰਦਾ, ਬਟ ਹੁਣ ਮੈਂ ਆਪਦੀ ਜ਼ਿੰਦਗੀ ਨਾਲ ਵੀ ਕੋਈ ਪਿਆਰ ਨਹੀਂ ਰਿਹਾ ਸੀ। ਉਹਦਾ ਕਾਰਨ ਦਿਖਦਾ ਪਿਆ, ਤੜਫਿਆ ਹੋਇਆ ਮੁੰਡਾ। ਉਹ ਤੇ ਇਹ ਕਹਿੰਦਾ ਕਿ ਤੂੰ ਮੈਨੂੰ ਨਹੀਂ ਲਿਜਾ ਸਕਦੀ। ਆ ਦੇਖੋ ਨਿਸ਼ਾਨੀਆਂ ਲੱਗੀਆਂ, ਡਬਲ ਸਟਾਰ ਲੱਗੇ ਆ। ਇਹ ਅਸੀਂ ਪੜ੍ਹੀ ਹੈ, ਮਿਹਨਤ ਕੀਤੀ ਹੈ। ਆ ਜਾਓ ਅੱਗੇ ਆ ਜਾਓ, ਇੱਥੇ ਨਹੀਂ ਮੁੱਕਦੀ ਵੀ। ਪੇਜ ਗਿਣ ਲਓ ਕਿੰਨੇ ਨੇ ਸਾਰੀ। ਮਾਈ ਕੁਈਨ ਕੈਨੇਡਾ, ਆ ਦੇਖੋ ਮਾਈ ਕੁਈਨ ਕੈਨੇਡਾ। ਇਹ ਮੁੰਡੇ ਨੇ ਆਪਣੇ ਉਹਦੇ 'ਚ ਭਰਿਆ। ਉਹਦਾ ਨਾਂ ਇਸ ਗੱਲੋਂ ਐਡ ਕੀਤਾ, ਰਾਣੀ ਸਮਝਦਾ ਸੀ ਆਪ, ਰਾਣੀ ਸਮਝਦਾ ਸੀ ਉਹਨੂੰ। ਕਹਿੰਦਾ ਪੁੱਤ ਤੂੰ ਆ ਜਾ ਇੰਡੀਆ, ਕੋਈ ਗੱਲ ਨਹੀਂ, ਆਪਾਂ ਇੰਡੀਆ ਹੀ ਰਹਿ ਲਾਂਗੇ। ਕਿੰਨੀਆਂ ਕਾਲਾਂ ਦਿੰਦਾ ਪਿਆ। ਸੋ ਮੈਂ ਤੁਹਾਨੂੰ ਗਲਿੰਪਸਿਸ ਦੇ ਰਿਹਾ ਕਿੰਨੀਆਂ ਕਾਲਾਂ ਦਿੰਦਾ ਪਿਆ। ਉਹਦੇ ਕੋਲ ਟਾਈਮ ਹੀ ਹੈ ਨਹੀਂ ਚੁੱਕਣ ਨੂੰ। ਜਦੋਂ ਲੋਕਡਾਊਨ ਸੀ, ਤਾਲੇ ਲੱਗੇ ਸੀ, ਪ੍ਰੋਪਰ ਤਾਲੇ। ਵੇਖੋ ਕਿੰਨੀਆਂ ਮਿਸ ਕਾਲਾਂ ਨੇ। ਰਿਜੈਕਟਡ ਵੀਡੀਓ ਕਾਲ, ਰਿਜੈਕਟਡ ਵੌਇਸ ਕਾਲ, ਅਨਆਨਸਰਡ ਵੌਇਸ ਕਾਲ। ਰਿਜੈਕਟ ਵੀ ਕਰਦੀ ਹੈ 9:31 ਸਵੇਰ ਦੇ, ਯਾਨੀ ਕਿ ਰਾਤ ਦੇ, ਯਾਨੀ ਕਿ ਉੱਥੇ ਸਵੇਰੇ 11 ਵਜੇ ਹੋਣਗੇ। ਐਡਾ ਕੋਈ ਬਿਜ਼ੀ ਨਹੀਂ। ਜਦੋਂ ਉਹਦੀ ਟੀ ਬ੍ਰੇਕ ਹੈ ਉਸ ਵੇਲੇ ਦੀਆਂ ਫੋਨ ਕਾਲਸ ਨੇ, ਠੀਕ ਹੈ ਜੀ। ਰਿਜੈਕਟਡ ਕਿੰਨੀਆਂ ਰਿਜੈਕਟ ਕਰੇਂਗੀ। ਇਹ ਮੈਂ ਉੱਤੋਂ ਥੋੜ੍ਹਾ ਜਿਹਾ ਹਾਈਡ ਕਰਾਂਗਾ, ਇਹ ਕਿਸੇ ਹੋਰ ਨੇ ਸਾਨੂੰ ਦਿੱਤੀ ਹੈ। ਸੋ ਇਹ ਉਹਦੀ ਸਹੇਲੀ ਨਾਲ ਹੋਈ ਚੈਟ ਹੈ। ਸਾਡੇ ਕੋਲ ਉੱਥੇ ਤੱਕ ਦੇ ਵੀ ਰਿਕਾਰਡ ਨਿਕਲੇ ਨੇ। ਇਹ ਸਾਰੀਆਂ ਕਲਰਡ ਚੈਟਾਂ। ਯਾਨੀ ਕਿ ਇੱਕ ਪਹਿਲੂ ਜਾਊਗਾ ਕੋਰਟ ਦੇ ਕੋਲੇ ਵੀ ਆਖਰਕਾਰ ਹੋਇਆ ਕੀ ਕੁਝ ਸਾਰੀਆਂ ਚੀਜ਼ਾਂ। ਸਰ ਇੱਕ ਪਹਿਲੂ, ਇੱਕ ਸਰਕਮਸਟਾਂਸ, ਇੱਕ ਹਾਲਾਤ ਜਾਣਗੇ। ਆਹ ਮੇਰੇ ਕੋਲ ਬੈਂਕ ਸਟੇਟਮੈਂਟਾਂ ਪਰਿਵਾਰ ਦੀਆਂ, ਜਿਹਦੇ 'ਚ ਉਹਨਾਂ ਨੇ ਪੈਸੇ ਭੇਜੇ, ਪੈਸੇ ਖਰਚੇ, ਉਹਦੀਆਂ ਫੀਸਾਂ ਤਾਰੀਆਂ। ਸੋ ਮੈਂ ਤੇ ਸਿੱਧੇ ਸਵਾਲ ਪੁੱਛਦਾ ਕਿ ਆਫਟਰ ਆਲ ਕਾਹਦੇ ਲਈ ਤੂੰ ਲਾਕਡਾਊਨ 'ਚ ਵਿਹਲੀ ਬੈਠੀ ਹੈ। ਮਾਰਚ 17 ਨੂੰ ਲਾਕਡਾਊਨ ਲੱਗ ਜਾਂਦਾ ਹੈ, ਰਾਈਟ। ਮਾਰਚ 17 ਤੋਂ 8 ਮਹੀਨੇ ਕਰਫਿਊ ਲੱਗਾ, ਅਸੀਂ ਘਰੋਂ ਘਰੀ ਬੈਠੇ ਹਾਂ। ਕਿਹੜੇ 11 ਘੰਟੇ ਕੰਮ ਕਰਦੀ ਸੀ, ਕੋਈ ਤੇ ਜਵਾਬ ਦੇ ਦੇ। ਤੇ ਸਟੂਡੈਂਟ ਹੋ ਕੇ ਤੂੰ 11 ਘੰਟੇ ਕੰਮ ਹੀ ਨਹੀਂ ਕਰ ਸਕਦੀ। ਹਫਤੇ ਦੇ 20 ਘੰਟੇ ਅਲਾਉਡ ਹੈ, ਯਾਨੀ ਕਿ ਐਵਰੇਜ 5 ਘੰਟੇ 4 ਘੰਟੇ ਰੋਜ਼ ਦੇ, ਰਾਈਟ। 4 ਘੰਟੇ ਤੁਸੀਂ ਕੰਮ ਕਰਨਾ, 4 ਵੀ ਨਹੀਂ 3 ਘੰਟੇ ਬੰਦੇ 7 ਤੇ 21। ਤੇ ਜੇ ਤੁਸੀਂ 5 ਦਿਨ ਕਰੋ ਤੇ 4 ਘੰਟੇ ਰੋਜ਼ ਦੇ, 5 ਦਿਨ ਵਰਕ ਕਰਨਾ, 2 ਦਿਨ ਛੁੱਟੀ ਹੈ ਮੰਨ ਲਓ। ਤੇ ਜੇ ਤੂੰ ਕੈਸ਼ ਤੇ ਕੰਮ ਕਰਦੀ ਸੀ, ਉਹ ਵੀ ਇਲੀਗਲ ਹੈ। ਇੱਕ ਕੈਨੇਡੀਅਨ ਸਟੂਡੈਂਟ ਮੈਕਸਿਮਮ 2000 ਰੁਪਏ ਕਮਾ ਸਕਦਾ ਹੈ, ਮੈਕਸਿਮਮ ਮਹੀਨੇ ਦਾ। ਤੇ 1500 ਤੋਂ 1700 ਦਾ ਖਰਚਾ ਹੈ।
ਉੱਥੇ ਕੋਈ ਰਹਿਣ ਕਰਨ ਦਾ, ਖਾਣ ਪੀਣ ਦਾ 700 ਤੋਂ 1000 ਤੱਕ ਉਹਨੂੰ ਬੇਸਮੈਂਟ ਮਿਲਣੀ ਹੈ, ਉਹ ਵੀ ਸ਼ੇਅਰਡ। ਉਹਦਾ ਬੱਸ ਦਾ ਕਿਰਾਇਆ ਆਉਣ ਜਾਣ ਦਾ, ਰੋਟੀ ਪਾਣੀ ਦਾ ਪਰਸਨਲ $200-300 ਖਰਚਾ, ਮੋਬਾਈਲ ਉਹ ਰੀਚਾਰਜ, ਮੇਕਅਪ, ਦੂਜਾ ਤੀਜਾ ਲੱਲਾ ਪੱਪਾ 200-300 ਤੋਂ ਐਵਰੇਜ ਕੱਢੋ ਤੇ 1500 1200 1700 ਡਿਪੈਂਡਿੰਗ ਅਪਨ ਖਰਚਾ ਪੈ ਜਾਂਦਾ। ਤੇ $300 ਬਚਾ ਕੇ ਤੂੰ ਕਿਹੜੇ ਮੱਲ ਮਾਰੇ ਨੇ, ਜਾਂ ਤੇਰੇ ਬੈਂਕ ਬੈਲੈਂਸ ਦੱਸਣਗੇ ਕਿ ਤੇਰੇ ਬੈਂਕ ਬੈਲੈਂਸ ਕਿਸ ਤਰ੍ਹਾਂ ਇੰਨੇ ਜ਼ਿਆਦਾ ਇਕੱਠੇ ਹੋਏ ਨੇ ਉਹਨਾਂ ਦਿਨਾਂ 'ਚ ਜਦੋਂ ਤੂੰ ਸਟੱਡੀ ਕਰਦੀ ਸੀ। ਕੈਨੇਡੀਅਨ ਗਵਰਨਮੈਂਟ ਇਹ ਵੀ ਵੇਖੇਗੀ। ਮੈਂ ਚਿੱਠੀ ਲਿਖੀ ਹੈ, ਥੋੜੀ ਜਿਹੀ ਮੈਂ ਗਲਿਮਸਿਸ ਤੁਹਾਨੂੰ ਉਹਦੇ ਵੀ ਦੇ ਸਕਦਾ, ਐਗਜ਼ੈਕਟਲੀ ਤੇ ਹਲੇ ਮੈਂ ਨਹੀਂ ਦਿਖਾ ਸਕਦਾ। ਸੋ ਚੱਲ ਰਿਹਾ ਮੇਰਾ ਪ੍ਰੋਸੀਜਰ, ਮੈਂ ਥੋੜੀ ਜਿਹੀ ਉੱਪਰੋਂ ਥੱਲੋਂ ਫੋਲਡ ਕਰ ਲੈਂਦਾ। ਆ ਸਾਰੇ ਸ਼ਾਰਟਸ ਇਹਦੇ ਵਿੱਚ ਲਿਖਿਆ ਹੈ, ਇੰਨੀ ਤਰੀਕ ਆ ਤੇਰਾ ਪਾਸਪੋਰਟ ਨੰਬਰ ਹੈ, ਆ ਤੇਰਾ ਹਸਬੈਂਡ ਦਾ ਨਾਂ ਹੈ, ਉਹਦਾ ਨਾਂ ਹੈ, ਬਾਕੀ ਡਿਟੇਲਾਂ ਭਰੀਆਂ ਜਾ ਰਹੀਆਂ। ਔਰ ਇਹ CBSA ਤੇ ਜਸਟਿਨ ਟਰੂਡੋ ਤੇ ਹੋਰ 60 ਮਹਿਕਮਿਆਂ ਨੂੰ ਚਿੱਠੀ ਜਾਣੀ ਹੈ, ਜਿਹਦੇ ਵਿੱਚ ਇਹਦੇ ਡਿਟੇਲਸ ਆਪਾਂ ਕਢਾਉਣੇ ਆ। ਔਰ ਇਹਦੇ ਵਿੱਚ ਮੈਂ ਇਹ ਵੀ ਦੱਸਿਆ ਕਿ ਇਹਦੇ ਖਿਲਾਫ 420 ਦਾ ਪਰਚਾ ਹੋ ਚੁੱਕਾ ਹੈ ਤੇ 420 ਦੀ ਧਾਰਾ ਜਿਹੜੀ ਹੈ, ਥੋੜਾ ਜਿਹਾ ਫੋਲਡ ਕਰ ਲੈਣਾ ਮੈਂ, ਯੈਸ, ਮੈਂ ਹਲੇ ਪੂਰੀ ਚੀਜ਼ਾਂ ਨਹੀਂ ਦਿਖਾ ਸਕਦਾ, ਥੋੜੀ ਮਜਬੂਰੀ ਹੈ ਮੇਰੀ। ਇਹ 420 ਬਾਰੇ ਲਿਖਿਆ ਤੇ ਨੈਕਸਟ 420 ਦੀ ਧਾਰਾ ਕੀ ਕਹਿੰਦੀ ਹੈ ਇੰਡੀਆ 'ਚ, ਉਹ ਵੀ ਮੈਂ ਲਿਖ ਦਿੱਤੀ ਹੈ ਸਰਕਾਰ ਨੂੰ। ਤੇ ਇਹ ਫਿਰ ਜਿਹੜਾ ਹੁਣ ਬਾਰੀ-ਬਾਰੀ ਤੇ ਲੋਕਾਂ ਦੀ ਮੰਗ ਵੀ ਪ੍ਰੋਟੈਸਟ ਤੱਕ ਹੋ ਗਏ ਕਿ ਆਖਰ ਡਿਪੋਰਟ ਹੋਣੀ ਚਾਹੀਦੀ ਹੈ, ਡਿਪੋਰਟ ਹੋਣੀ ਚਾਹੀਦੀ ਹੈ, ਤਾਂ ਆਖਰਕਾਰ ਇਹ 420 ਤੋਂ ਬਾਅਦ ਇਹ ਵਾਜਿਬ ਹੈਗਾ ਜਾਂ ਫਿਰ ਹੋਰ ਸਟੈਪ ਚੱਕਣੇ ਪੈਣਗੇ ਤੁਹਾਨੂੰ ਜੇਕਰ ਆਖਰ ਚਾਹੁੰਦੇ ਹੋ? ਮੈਂ ਦੱਸਦਾ ਜੇ ਡੀਪੋਰਟ ਹੋਣਾ ਜਾਂ ਕੈਨੇਡਾ ਦੀ ਗਵਰਨਮੈਂਟ ਇਹਨੂੰ ਉੱਥੋਂ ਵੀਜ਼ਾ ਕੈਂਸਲ ਕਰੇਗੀ, ਦੋ ਪ੍ਰੋਸੀਜਰ ਨੇ। ਹੁਣ ਤੋਂ ਬਾਅਦ ਦੋ ਪ੍ਰੋਸੀਜਰ ਸ਼ੁਰੂ ਹੁੰਦੇ ਆ, ਜਦੋਂ ਸਾਡੀ ਵੀ ਚਿੱਠੀ ਜਾਣੀ ਹੈ ਪਲੱਸ ਪੰਜਾਬ ਪੁਲਿਸ ਨੇ ਵੀ ਭੇਜਣੀ ਹੈ, ਇਹਦੇ 3-4 ਪ੍ਰੋਸੀਜਰ ਸ਼ੁਰੂ ਹੋ ਜਾਣੇ ਆ। ਰਾਦਰ ਇਹ ਬੇਲ ਅਪਲਾਈ ਨਹੀਂ ਕਰ ਸਕਦੀ ਕਿਉਂਕਿ ਇੰਡੀਆ 'ਚ ਹੈ ਨਹੀਂ, ਇਹਦੇ ਵੱਲੋਂ ਬੇਲ ਅਪਲਾਈ ਨਹੀਂ ਹੋਣੀ। ਸੋ ਸਭ ਤੋਂ ਪਹਿਲਾਂ LOC ਕੱਟੀ ਜਾਣੀ ਹੈ, LOC ਤੋਂ ਬਾਅਦ ਇਹਦੇ ਪਾਸਪੋਰਟ ਰੱਦ ਹੋ ਜਾਣੇ ਆ ਇੰਡੀਆ 'ਚੋਂ ਹੀ, ਜਿਹਦੇ ਖਿਲਾਫ FIR ਹੋਵੇ ਉਹਦੇ ਤੇ ਪਾਸਪੋਰਟ ਰੱਦ ਹੋ ਜਾਂਦੇ। ਜਦੋਂ ਪਾਸਪੋਰਟ ਰੱਦ ਹੋ ਗਿਆ ਤੇ ਉੱਥੇ ਉਹਦੀ ਵੈਲਿਡਿਟੀ ਖਤਮ ਹੋ ਗਈ, ਪਾਸਪੋਰਟ ਇਹਦਾ ਕੈਂਸਲ ਹੋਣਾ ਹੈ। ਕੈਂਸਲ ਪਾਸਪੋਰਟ ਤੇ ਉਧਰ ਦੀ ਸਰਕਾਰ ਨੇ ਵੀ ਕਹਿਣਾ ਬੀਬਾ ਤੇਰਾ ਪਾਸਪੋਰਟ ਹੀ ਕੈਂਸਲ ਹੈ, ਜਿਹਦੇ ਆਧਾਰ ਤੇ ਤੂੰ ਸਭ ਕੁਝ ਮੰਗਦੀ ਫਿਰਦੀ ਹੈ, ਤੇ ਤੇਰਾ ਕੰਮ ਹੋ ਗਿਆ। ਦੂਜੀ ਗੱਲ ਹੋਰ ਚੱਲੀ ਅੱਗੇ, ਜਿਹੜੇ ਇਹਨੇ ਆਪਣੇ ਕੈਨੇਡਾ ਵਿੱਚ ਪੇਪਰ ਲਾਏ ਆ ਵਰਕ ਪਰਮਿਟ ਦੇ, ਮਤਲਬ 3 ਸਾਲ 4 ਸਾਲ ਸ਼ਾਦੀ ਦੇ ਦੌਰਾਨ ਵੀ ਇਹਨੇ ਆਪਣੇ ਆਪ ਨੂੰ ਕੁਆਰੀ ਰੱਖ ਲਿਆ, ਕੋਈ ਗੱਲ ਨਹੀਂ, ਮੰਨ ਲੈਂਦੇ ਤੁਹਾਡੇ ਲਈ ਗੱਲ ਬਹੁਤ ਬਿਜ਼ੀ ਸੀ, ਇਹ DC ਲੱਗ ਗਈ ਸੀ ਜਾ ਕੇ, ਹੈ ਨਾ। ਤੇ ਉਸ ਤੋਂ ਬਾਅਦ ਜਦੋਂ ਇਹ ਵਰਕ ਪਰਮਿਟ ਅਪਲਾਈ ਕਰਦੀ ਹੈ, ਵਰਕ ਪਰਮਿਟ ਵੇਲੇ ਤੇ DC ਨਹੀਂ ਸੀ ਲੱਗੀ, ਉਸ ਵੇਲੇ ਤੇ ਲੇਬਰ ਹੀ ਸੀ ਤੇ ਨੌਕਰੀ ਲੇਬਰ ਜੌਬ ਕਰਨ ਲਈ ਇਹਨੇ ਉੱਥੇ ਅਪਲਾਈ ਕੀਤਾ ਤੇ ਉਹਦੇ ਵਿੱਚ ਮੈਰਿਟਲ ਸਟੇਟਸ ਨੂੰ ਕਲਿੱਕ ਕਰਨਾ। ਜਦੋਂ ਵੀ ਕੋਈ ਬੰਦਾ ਵਰਕ ਪਰਮਿਟ ਦੀ ਫਾਈਲ ਲਾਂਦਾ ਉੱਥੇ UCIN ਨੰਬਰ ਜਾਰੀ ਹੁੰਦਾ ਹੈ ਤੇ ਉਹ ਇੱਕ ਨੰਬਰ ਐਸਾ ਨੰਬਰ ਹੈ ਜਿਹੜਾ ਤੁਸੀਂ ਉੱਥੇ ਸਰਕਾਰ ਦੀ ਸਾਈਟ ਤੇ ਪਾਓ ਤੇ ਤੁਹਾਡੀ ਪੂਰੀ ਜਨਮ ਕੁੰਡਲੀ ਉੱਥੇ ਪੂਰੇ ਦਾ ਆਧਾਰ ਕਾਰਡ ਦਾ UID ਹੈ ਤੁਸੀਂ ਮੰਨ ਲਓ 1 ਮਿੰਟ ਲਈ, ਤੇ ਉਹ ਸਿਰਫ ਇਮੀਗ੍ਰੇਸ਼ਨ ਡਿਪਾਰਟਮੈਂਟ 'ਚ UCIN ਨੰਬਰ ਦੇ ਦਿਓ, ਪਾਸਪੋਰਟ ਨੰਬਰ ਦੇ ਦਿਓ, ਉੱਥੋਂ ਉਹਦੀ ਸਾਰੀ ਡਿਟੇਲ ਨਿਕਲ ਆਉਂਦੀ ਹੈ। ਤੇ ਉੱਥੋਂ ਦਾ ਇੱਕ ਕਾਨੂੰਨ ਹੈ, ਇੱਥੇ 500,000 ਰੁਪਇਆ ਦੇ ਕੇ ਕਾਗਜ਼ ਬਦਲ ਜਾਂਦਾ ਹੈ, ਉੱਥੇ ਕਾਗਜ਼ ਨਹੀਂ ਬਦਲਦਾ। ਸਭ ਤੋਂ ਵਧੀਆ ਖੁਸ਼ੀ ਦੀ ਗੱਲ ਹੈ, ਉੱਥੇ ਜੋ ਸਕੈਨ ਹੋ ਕੇ ਡਾਕੂਮੈਂਟ ਅੰਦਰ ਲੱਗ ਗਿਆ ਉਹ ਕੋਈ ਅਫਸਰ ਵੀ ਨਹੀਂ ਬਦਲ ਸਕਦਾ ਚਾਹ ਕੇ ਵੀ। ਹਾਂ, ਉਹਦੀ ਕੈਂਸਲੇਸ਼ਨ ਹੋ ਕੇ ਨਵਾਂ ਕਾਗਜ਼ ਐਡ ਹੋ ਸਕਦਾ, ਪਰ ਪੁਰਾਣਾ ਕਾਗਜ਼ ਸਟੈਂਡ ਕਰੇਗਾ। ਤੇ ਪੁਰਾਣਾ ਕਾਗਜ਼ ਜਦੋਂ ਬੈਚਲਰ ਦਾ ਲੱਗਾ ਹੈ, ਕਿੱਦਾਂ ਦੱਸੇਗੀ ਕਿ ਮੇਰਾ ਵਿਆਹ 2 ਅਗਸਤ 2018 ਨੂੰ ਨਹੀਂ ਹੋਇਆ, ਅਚਾਨਕ ਅੱਜ ਕਿਵੇਂ ਹੋ ਗਿਆ? ਫਸ ਗਈ। ਤੇ ਜਦੋਂ ਆਪਾਂ ਝੂਠ ਬੋਲਿਆ, ਫਰਾਡ ਕੀਤਾ, ਉਧਰ ਦੀ ਸਰਕਾਰਾਂ ਤੇ ਫਰਾਡ ਕਰਕੇ ਕੋਈ ਬੈਨੀਫਿਟ ਲੈਣਾ ਚਾਹਿਆ, ਤੇ ਆਪਣਾ ਐਕਟ ਹੈਗਾ ਇਮੀਗ੍ਰੇਸ਼ਨ ਐਂਡ ਰਿਫਿਊਜੀ ਐਕਟ, ਉਹ ਵੀ ਮੈਂ ਤੁਹਾਨੂੰ ਸ਼ੋਅ ਕਰ ਦਿੰਦਾ, ਉਹਦੀ ਧਾਰਾ 40 ਔਨਵਰਡਸ, ਉਹਦੇ ਵਿੱਚ ਲਾਅ 'ਚ ਲਿਖਿਆ ਕਿ ਜਿਹੜਾ ਬੰਦਾ ਕੋਈ ਵੀ ਫਰਾਡੂਲੈਂਟ ਤਰੀਕੇ ਨਾਲ ਕਿਸੇ ਕਿਸਮ ਦਾ ਫਾਇਦਾ ਚੁੱਕਣਾ ਚਾਹੁੰਦਾ ਹੈ, ਉਹਦਾ ਵੀਜ਼ਾ ਖਾਰਜ ਕਰ ਦਿੱਤਾ ਜਾਂਦਾ ਹੈ। ਜਦੋਂ ਉਹਦਾ ਵੀਜ਼ਾ ਖਾਰਜ ਕੀਤਾ ਜਾਂਦਾ ਹੈ, ਉਹਨੂੰ 30 ਦਿਨ ਦਾ ਸਮਾਂ ਮਿਲਦਾ ਹੈ ਫੈਡਰਲ ਦੇ ਅੱਗੇ ਅਪੀਲ ਕਰਨ ਦਾ। ਤੇ ਫੈਡਰਲ ਦੀ ਅਪੀਲ ਵਿੱਚ ਦੇਖੋ ਦੋ ਚੀਜ਼ਾਂ ਨੇ ਸਿੱਧੀਆਂ ਸਿੱਧੀਆਂ, ਵੀ ਤੂੰ ਵਿਆਹੀ ਸੀ ਕੁਆਰੀ ਲਿਖਿਆ, ਉਹਦੇ ਕੋਲ ਕੀ ਜਵਾਬ ਦੇਗੀ ਮੈਨੂੰ ਨਹੀਂ ਸਮਝ ਆਉਂਦੀ ਵੀ, ਉਹਦਾ ਵਕੀਲ ਵੀ ਕੀ ਜਵਾਬ ਦੇ ਦੇਗਾ ਮੈਨੂੰ ਨਹੀਂ ਸਮਝ ਆਉਂਦੀ ਵੀ। ਫਿਰ ਉਸ ਤੋਂ ਬਾਅਦ ਤੇਰੇ ਤੇ 420 ਦਾ ਪਰਚਾ ਹੈ, ਤੇ ਤੀਜਾ ਤੂੰ ਵਾਂਟਿਡ ਹੈ ਇੰਡੀਆ 'ਚ, ਤੇਰੀ LOC ਕੱਟੀ ਗਈ ਹੈ। LOC ਤੋਂ ਬਾਅਦ ਸੈਕਿੰਡ ਉਹਨੂੰ ਸਮਨਿੰਗ ਉੱਥੇ ਵੀ ਭੇਜਾਂਗੇ ਅਸੀਂ ਬਾਈ ਈਮੇਲ, ਜਦੋਂ ਫਿਰ ਵੀ ਨਹੀਂ ਆਏਗੀ ਫਿਰ ਉਹਦੀ PO ਦੀ ਕਾਰਵਾਈ ਹੋ ਜਾਏਗੀ, ਐਂਡ ਸੋ ਔਨ, ਜੋ ਲੀਗਲ ਪ੍ਰੋਸੀਜਰ ਹੈ ਚੱਲੇਗਾ। ਅਸੀਂ ਤੇ ਆਪ ਚਾਹੁੰਦੇ ਹਾਂ ਵੀ ਤੈਨੂੰ ਖਤਰਾ ਕੋਈ ਨਹੀਂ ਇੰਡੀਆ 'ਚ,
ਆ ਜਾ। ਹਾਂ, ਮੈਂ ਇਸੇ ਗੱਲ ਤੇ ਆਉਣ ਲੱਗਿਆ ਸੀਗਾ ਕਿ ਆਖਰਕਾਰ ਇੱਕ ਇਹ ਵੀ ਸਟੈਪ ਹੁੰਦਾ ਜਿਹਨੂੰ ਲੀਗਲ ਮਾਇਨੇ ਦੇ ਤੌਰ ਤੇ ਮੈਂ ਪੁੱਛਾਂ, ਬਾਕੀ ਤਾਂ ਚਲੋ ਆਪਾਂ ਨਹੀਂ ਕਹਿੰਦੇ ਹੈਗੇ ਕਿ ਕਿਉਂਕਿ ਧੀ ਭੈਣ ਸਭ ਦੀਆਂ ਸਾਂਝੀਆਂ ਨੇਗੀਆਂ, ਕਿ ਕੋਈ ਲੀਗਲ ਫੈਕਟਸ ਦੇ ਤੌਰ ਤੇ ਧੀਆਂ ਭੈਣਾਂ ਸਾਂਝੀਆਂ, ਡੈਣਾ ਕਿਸੇ ਦੀਆਂ ਸਾਂਝੀਆਂ ਨਹੀਂ। ਦੋ ਚੀਜ਼ਾਂ 'ਚ ਫਰਕ ਹੈ। ਜਿਹੜੀਆਂ ਇਹੋ ਜਿਹੇ ਮੁੰਡੇ ਖਾ ਜਾਂਦੀਆਂ ਜਾਂ ਮੁੰਡੇ ਜਿਹੜੀਆਂ ਇਹੋ ਜਿਹੀਆਂ ਪਰਿਵਾਰਾਂ ਦੀਆਂ ਕੁੜੀਆਂ ਖਾ ਕੇ ਨੇ, ਉਹ ਭੂਤ ਤੇ ਡੈਣਾ ਦੀ ਕੈਟਾਗਰੀ 'ਚ ਆਉਂਦੇ ਨੇ, ਉਹਨਾਂ ਨੂੰ ਧੀਆਂ ਭੈਣਾਂ ਨਾ ਕਹੋ। ਉਹ ਸਾਡੀਆਂ ਬੜੀਆਂ ਇੱਜ਼ਤਦਾਰ ਨੇ ਔਰ ਬੜੀਆਂ ਪਿਆਰ ਦੇਣ ਯੋਗ ਨੇ, ਪਿਆਰ ਲੈਣ ਯੋਗ ਨੇ। ਸਾਡਾ ਸਤਿਕਾਰ ਹੈ, ਸਾਡੇ ਸਿਰ ਦਾ ਤਾਜ ਹੈ ਸਾਡੀਆਂ ਧੀਆਂ ਭੈਣਾਂ, ਪਰ ਡੈਣਾ ਇਸ ਕੈਟਾਗਰੀ 'ਚ ਨਹੀਂ ਆਉਂਦੀਆਂ। ਕੱਲ੍ਹ ਨੂੰ ਜੇ ਕੋਈ ਖਤਰੇ ਦੀ ਗੱਲ ਜਤਾਈ ਜਾਂਦੀ ਹੈ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਨੇ, ਲੋਕਾਂ ਦੇ ਵਿੱਚ ਗੁੱਸਾ ਬਣਿਆ ਹੋਇਆ ਹੈਗਾ, ਪ੍ਰੋਟੈਸਟ ਤੁਸੀਂ ਦੇਖ ਹੀ ਲਏ ਆ, ਤੁਸੀਂ ਖੁਦ ਵੀ ਦੇਖਿਆ ਹੋਣਾ, ਪਰਿਵਾਰ ਦੇ ਨਾਲ ਬਹੁਤ ਸਹਾਨੁਭੂਤੀ ਲੋਕਾਂ ਦੀ ਜੁੜੀ ਹੈ, ਕਿਉਂਕਿ ਮੁੰਡਾ ਗਿਆ ਇਕੱਲਾ ਪਰਿਵਾਰ ਦਾ, ਤੇ ਇਹ ਚੀਜ਼, ਇਹ ਸਟੈਪ ਲੀਗਲੀ ਤੌਰ ਤੇ ਵੀ ਤੇ ਆਮ ਜੇ ਸਮਾਜਿਕ ਤੌਰ ਤੇ ਵੀ ਮੈਂ ਆ ਜਾਂ ਤਾਂ ਉਰੇ ਕੱਲ੍ਹ ਨੂੰ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਉਹਦੇ ਵਾਸਤੇ ਔਖਾ ਹੋ ਜਾਊਗਾ? ਸਰ ਖਤਰਾ ਤੈਨੂੰ ਹੈ ਹੀ ਕੋਈ ਨਹੀਂ। ਮੈਂ ਉਹਨੂੰ ਕਿਹਾ ਤੂੰ ਇੱਥੇ ਆ, ਮੈਂ ਤੈਨੂੰ ਗੋਲੀ ਮਾਰ ਦੇਣੀ। ਕਿਸੇ ਬੰਦੇ ਨੇ ਕੋਈ ਇਹੋ ਜਿਹਾ ਕਮੈਂਟ ਨਹੀਂ ਕੀਤਾ। ਉਹ ਕਹਿੰਦੇ ਵੀ ਇਹਨੂੰ ਕਾਨੂੰਨਨ ਤੌਰ ਤੇ ਸਜ਼ਾ ਮਿਲਣੀ ਚਾਹੀਦੀ ਹੈ। ਮਤਲਬ ਵੀ ਆਲਸੋ ਵਾਂਟ ਕਿ ਕਮ ਹੇਅਰ, ਵੀ ਵਾਂਟ ਟੂ ਪ੍ਰੋਸੀਕਿਊਟ ਯੂ। ਤੂੰ ਆਪਣੀ ਡਿਫੈਂਸ ਰੱਖ, ਮਾਨਯੋਗ ਅਦਾਲਤ ਤੇ ਭਰੋਸਾ ਰੱਖ। ਜੇ ਤੂੰ ਸੱਚੀ ਹੋਏਗੀ, ਤੂੰ ਬਾਇਜ਼ਤ ਬਰੀ ਹੋਏਗੀ। ਕੈਨੇਡਾ ਦੀ ਫਲਾਈਟ ਤੋਂ ਇੰਡੀਆ ਉਤਰ ਕੇ ਜਦੋਂ ਮੈਂ ਤੈਨੂੰ ਲੈਣ ਆਉਣ ਨੂੰ ਤਿਆਰ ਹਾਂ, ਤੇਰੇ ਫਾਦਰ ਨੂੰ ਨਾਲ ਲਿਆਉਂਗਾ, ਤੇਰੇ ਸਹੁਰੇ ਨੂੰ ਨਾਲ ਲਿਆਉਂਗਾ। ਜੇ ਤੂੰ ਬਿਨਾਂ ਡੀਪੋਰਟ ਹੋਇਆ, ਬਿਨਾਂ ਵੀਜ਼ਾ ਕੈਂਸਲੇਸ਼ਨ ਤੋਂ ਆਉਣੀ ਹੈ, ਸਾਡੇ ਉਸ ਪਰਿਵਾਰ ਦੀ ਨੂੰਹ ਹੈ ਤੂੰ, ਤੈਨੂੰ ਇੱਜ਼ਤ ਨਾਲ ਲੈ ਕੇ ਆਵਾਂਗੇ। ਤੇਰੇ ਵੱਲ ਕੋਈ ਉਂਗਲ ਤੱਕ ਨਹੀਂ ਚੁੱਕ ਰਿਹਾ। ਜੇ ਤੂੰ ਵੀਜ਼ਾ ਕੈਂਸਲੇਸ਼ਨ ਤੋਂ ਆਉਣੀ ਹੈ ਜਾਂ ਡੀਪੋਰਟ ਹੋ ਕੇ ਆਉਣੀ ਹੈ, ਡੈਫੀਨੇਟਲੀ ਅਸੀਂ ਤੈਨੂੰ ਨਹੀਂ ਲੈਣ ਆਵਾਂਗੇ। ਫਿਰ ਤੇ ਤੇਰਾ ਵੱਡਾ ਘਰ ਹੀ ਤੇਰਾ ਘਰ ਬਣੇਗਾ, ਉੱਥੇ ਜਾਏਂਗੀ। ਸੋ ਇਸ ਕਰਕੇ ਜ਼ਿਆਦਾ ਮੈਂ ਇਹਨੂੰ ਸਲਾਹ ਦੇਣੀ ਚਾਹੁੰਦਾ। ਹਾਂ, ਜਿੱਥੋਂ ਤੱਕ ਤੁਹਾਡੀ ਅਸਾਈਲਮ ਵਾਲੀ ਗੱਲ ਕਰਦੇ ਪਏ ਹੋ ਤੁਸੀਂ, ਅਸਾਈਲਮ ਉਹਨੂੰ ਮਿਲਦੀ ਹੈ ਜਿਹਨੂੰ ਕੋਈ ਖਤਰਾ ਹੋਵੇ, ਜਿਹਦੇ ਖਿਲਾਫ ਇੱਥੇ ਕੋਈ ਗੈਰ ਕਾਨੂੰਨੀ ਕੰਮ ਚੱਲ ਰਿਹਾ ਹੋਵੇ, ਜਿਹਨੂੰ ਇੱਥੇ ਮਰਨ ਦਾ ਖਤਰਾ ਜਾਂ ਉਹਦੀ ਖਤਰਾ ਜਾਂ ਉਹਦੀ ਜਾਨ ਮਾਲ ਦਾ ਖਤਰਾ ਹੋਵੇ। ਇਹਨੂੰ ਖਤਰਾ ਨਹੀਂ, ਇਹ ਤੇ ਅਕਿਊਜ਼ ਹੈ, ਦੋਸ਼ਣ ਹੈ, ਤੇ ਦੋਸ਼ੀ ਨੂੰ ਕੋਈ ਖਤਰਾ ਨਹੀਂ ਹੁੰਦਾ। ਪੁਲਿਸ ਨੇ 1 ਮਹੀਨਾ ਲਾ ਕੇ FIR ਕੱਟੀ ਹੈ। ਪੁਲਿਸ ਨੇ ਆਨਨ ਫਾਨਨ 'ਚ FIR ਨਹੀਂ ਕੱਟੀ ਹੋਈ। ਜਦੋਂ ਕੋਈ ਤਫਤੀਸ਼ ਹੋ ਕੇ FIR ਕੱਟੇਗੀ, ਕਿਆ ਪੁਲਿਸ ਉਸ ਪਰਚੇ ਨੂੰ ਖਰਚ ਕਰੇਗੀ? ਪੁਲਿਸ ਦੇ ਉੱਤੇ ਵੀ ਕੁਐਸਚਨ ਮਾਰਕ ਆ ਜਾਏਗਾ ਕਿ ਤੁਸੀਂ ਮਹੀਨਾ ਲਾ ਕੇ, ਧਰਨੇ ਲਵਾ ਕੇ, ਦੇਰ ਲਾ ਕੇ ਤੁਸੀਂ ਇੱਕ ਟੁੱਟੀ ਜੀ FIR ਕੱਟ ਦਿੱਤੀ। ਹੁਣ ਉਹਦੇ ਤੇ ਪਹਿਰਾ ਦਿਓ, ਉਹਦੀ ਐਵੀਡੈਂਸ ਉਹਨਾਂ ਨੇ ਇਕੱਠੀ ਕਰਨੀ ਹੈ, ਔਰ ਉਹ ਸਾਰਾ ਕੁਝ ਚੱਲ ਰਿਹਾ ਹੈ। ਸਾਈਬਰ ਕ੍ਰਾਈਮ ਆਪਣਾ ਕੰਮ ਕਰ ਰਹੀ ਹੈ। ਜੋ ਪੰਜਾਬ ਪੁਲਿਸ ਜੋ ਵੀ ਸਰਕਾਰੀ ਰੋਲ ਹੈ ਉਹ ਅਦਾ ਹੋ ਰਿਹਾ ਹੋਏਗਾ। ਔਰ ਐਵੀਡੈਂਸ ਕੀ ਆਉਂਦੀ ਹੈ ਟੇਬਲ ਤੇ, ਜੱਜ ਸਾਹਿਬ ਦੀ ਟੇਬਲ ਤੇ, ਜੱਜ ਸਾਹਿਬ ਨਿਆਂ ਕਰਨਗੇ। ਸਾਡਾ ਇੰਡੀਅਨ ਜੁਡੀਸ਼ੀਅਲ ਸਿਸਟਮ ਬਹੁਤ ਕਲੀਨ ਹੈ, ਬਹੁਤ ਸੈਂਸਿਟਿਵ ਹੈ। ਮੈਂ ਜਿੰਨਾ ਮਰਜ਼ੀ ਰੋਲਾ ਪਾ ਲਾਂ, ਸੰਜੇ ਦੱਤ ਦੇ ਕੇਸ ਯਾਦ ਕਰੋ, ਲੋਕਾਂ ਨੇ ਧਰਨੇ ਮੁਜ਼ਾਹਰੇ ਕੀਤੇ ਸੀ ਵੀ ਇਹਨੂੰ ਛੱਡ ਦਿਓ, ਮਾਫ ਕਰ ਦਿਓ, ਬਰੀ ਕਰ ਦਿਓ, ਸਾਡੇ ਬਿਨਾ, ਇਹਦੇ ਬਿਨਾ ਅਸੀਂ ਰਹਿ ਨਹੀਂ ਸਕਦੇ। ਪਰ ਕੋਰਟ ਨੇ ਇਮੋਸ਼ਨਲ ਵੈਲਿਊਜ਼ ਨਹੀਂ ਦੇਣੀਆਂ। ਅਸੀਂ ਜਿੰਨੇ ਮਰਜ਼ੀ ਧਰਨੇ ਲਾ ਦਈਏ ਕੋਰਟ ਦੇ ਖਿਲਾਫ, ਕੋਰਟ ਇਮੋਸ਼ਨਲ ਵੈਲਿਊਜ਼ ਤੇ ਕੋਈ ਕਦਰ ਨਹੀਂ ਕਰਦੀ। ਸਰਕਮਸਟੈਂਸ਼ੀਅਲ ਐਵੀਡੈਂਸ ਇਕੱਠੀ ਹੋਏਗੀ। ਪੰਜਾਬ ਪੁਲਿਸ ਸਹੀ ਕੰਮ ਨਹੀਂ ਕਰੇਗੀ, ਅਸੀਂ CBI ਮਾਰਕ ਕਰਾ ਸਕਦੇ ਹਾਂ। CBI ਸਹੀ ਕੰਮ ਨਹੀਂ ਕਰੇਗੀ, ਹੋਰ ਬੜੀਆਂ ਏਜੰਸੀਆਂ ਜਿਨ੍ਹਾਂ ਨੂੰ ਅਸੀਂ ਆਪਣੀ ਇਨਵੈਸਟੀਗੇਸ਼ਨ ਮਾਰਕ ਕਰਾ ਸਕਦੇ ਹਾਂ। ਇੰਟਰਪੋਲ ਨੂੰ ਅਸੀਂ ਕਹਿ ਸਕਦੇ ਹਾਂ। ਸੋ ਕੋਰਟ ਦੇ ਥਰੂ ਸਾਡੇ ਕੋਲ ਪਾਵਰਸ ਨੇ। ਬਟ ਜੇ ਮੈਂ ਕਹਾਂ ਇਮੋਸ਼ਨਲੀ ਮੈਂ ਰੌਲਾ ਉੱਚੀ ਪਾ ਲਾਂਗਾ ਤੇ ਕੋਰਟ ਮੇਰੀ ਗੱਲ ਮੰਨ ਜਾਏਗੀ, ਦੱਬ ਜਾਏਗੀ ਮੇਰੇ ਤੋਂ, ਸੌਰੀ, ਇਹ ਮੇਰੀ ਫੁਲਿਸ਼ਨੈਸ ਹੈ। ਇੱਦਾਂ ਨਹੀਂ ਹੁੰਦਾ ਇੱਥੇ। ਸੋ ਕੋਰਟ 'ਚ ਜਦੋਂ ਉਹ ਆਏਗੀ, ਉਹਦੇ ਵਕੀਲ ਸਾਹਿਬ ਦੇ ਥਰੂ, ਉਹ ਇੰਡੀਵਿਜੂਅਲੀ ਦੇ ਥਰੂ, ਉਹਦੇ ਕੋਲ ਪਾਵਰ ਹੈ ਆਪਣਾ ਕੇਸ ਆਪ ਲੜਨ ਦੀ। ਸੋ ਜਿੱਦਾਂ ਉਹ ਚਾਹੇਗੀ ਉਹ ਕੰਮ ਕਰ ਸਕਦੀ ਹੈ। ਉਹਨੂੰ ਪੂਰਾ ਮੌਕਾ ਦਿੱਤਾ ਜਾਏਗਾ। ਉਹਦਾ ਕੋਈ ਵੀ ਹੱਕ, ਜੋ ਕਹੇਗੀ ਮੇਰੇ ਕੋਲ ਵਕੀਲ ਨਹੀਂ ਹੈਗਾ, ਕੋਰਟ ਉਹਨੂੰ ਕਹੇਗੀ ਤੇਰੇ ਲਈ ਫ੍ਰੀ ਲੀਗਲ ਏਡ ਤੋਂ ਕੋਰਟ ਅਸੀਂ ਵਕੀਲ ਅਪਾਇੰਟ ਕਰ ਦਿੰਦੇ ਹਾਂ। ਸੋ ਇੰਡੀਆ ਦਾ ਸਿਸਟਮ ਬੜਾ ਨੀਟ ਐਂਡ ਕਲੀਨ ਹੈ, ਸਿਰਫ ਉਹਦੇ ਤੇ ਪੈਰਵਾਈ ਕਰਨ ਵਾਲਾ। ਅਸੀਂ ਵੀ ਆਫੀਸਰ ਆਫ ਕੋਰਟ ਹਾਂ, ਅਸੀਂ ਵੀ ਕੋਰਟ ਨੂੰ ਅਸਿਸਟ ਕਰਨਾ ਹੈ, ਅਸੀਂ ਲਾਅ ਨੂੰ ਪ੍ਰੋਟੈਕਟ ਕਰਨਾ, ਕਿਸੇ ਦੋਸ਼ੀ ਨੂੰ ਪ੍ਰੋਟੈਕਟ ਨਹੀਂ ਕਰਨਾ। ਅਸੀਂ ਆਪਣੇ ਦੂਜੇ ਵਕੀਲ ਸਾਹਿਬ ਦੀ ਵੀ ਕਦਰ ਕਰਦੇ ਹਾਂ, ਰਿਸਪੈਕਟ ਦਿੰਦੇ ਹਾਂ, ਅਸੀਂ ਇਕੱਠੇ ਚਾਹ ਵੀ ਪੀਂਦੇ ਹਾਂ, ਪਰ ਕੇਸ ਤੇ ਆਪਣਾ ਆਪਣਾ ਲੜਦੇ ਹਾਂ। ਮੈਂ ਆਪਣੇ ਫੈਕਟ ਰੱਖਣੇ, ਉਹਨਾਂ ਨੇ ਆਪਣੇ ਫੈਕਟ ਰੱਖਣੇ ਆ। ਅਖੀਰ 'ਚ ਜੇ ਮੈਂ ਪੁੱਛਾਂ, ਜੇ ਕੰਟਰੈਕਟ ਮੈਰਿਜ ਦੀ ਮੈਂ ਦੁਬਾਰੇ ਆ ਜਾ, ਲਾਸਟ ਇੱਕ ਚੀਜ਼ ਇਹ ਦੱਸੋ ਕਿ ਕੰਟਰੈਕਟ ਮੈਰਿਜ ਨੂੰ ਲੈ ਕੇ ਜੇਕਰ ਹੁਣ ਅੱਗੇ ਨੂੰ ਕੋਈ ਕਰ ਵੀ ਰਿਹਾ ਹੈ, ਉਹਨਾਂ ਨੂੰ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਕੰਨ ਹੋ ਗਏ ਹੋਣੇ, ਕਿਉਂਕਿ ਇਹ ਜਿਹੜਾ ਮਾਮਲਾ ਉਦਾਹਰਨ ਸੈੱਟ ਕਰਕੇ ਗਿਆ, ਇੱਕ ਜਾਨ ਗਈ ਹੈ ਇਹਦੇ ਵਿੱਚ, ਤੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਹਜੇ ਵੀ ਸ਼ਾਇਦ ਸੋਚਦੇ ਨੇ ਵੀ ਕੱਲ੍ਹ ਨੂੰ ਕੋਈ ਕੁੜੀ ਆ ਜੇ ਪੜ੍ਹੀ ਲਿਖੀ ਜਾਂ ਕੋਈ ਮੁੰਡਾ ਆ ਜੇ ਪੜ੍ਹਿਆ ਲਿਖਿਆ ਤੇ ਅਸੀਂ ਧੀ ਪੁੱਤ ਨੂੰ ਉਹਦੇ ਬਾਹਰ ਭੇਜ ਦਈਏ, ਕੀ ਇਸ ਤਰ੍ਹਾਂ ਦਾ ਉਹਨਾਂ ਨੂੰ ਕਰਨਾ ਚਾਹੀਦਾ ਲੀਗਲੀ ਤੌਰ ਤੇ? ਕੱਲ੍ਹ ਉਹਨਾਂ ਦੀ ਕੋਈ ਮਦਦ ਹੋ ਪਾਊਗੀ ਜੇ ਕਰਦੇ ਨੇ? ਦੇਖੋ ਜੀ, ਪ੍ਰੀ ਨਿਊਪੀਟਲ ਐਗਰੀਮੈਂਟ ਇਜ਼ ਨਾਟ ਵੈਲਿਡ in India. Indian Contract Act 1872 as per section 10 of the Act
Act means the Contract Act 1872 states that arguments are to be considered contract ਮੋਟਾ ਸੈਕਸ਼ਨ 23 ਤੇ ਸੈਕਸ਼ਨ 30 ਇਹੋ ਜਿਹੇ ਜਿੰਨੇ ਵੀ ਕੰਟਰੈਕਟਸ ਨੇ ਆਰ ਇਨਵੈਲਿਡ। ਜਿਹੜੇ ਬੰਦੇ ਕਹਿੰਦੇ ਅਸੀਂ ਇਕਰਾਰਨਾਮਾ ਕਰਕੇ ਵਿਆਹ ਕੀਤਾ ਹੈ, ਟੈਕਨੀਕਲੀ ਉਹ ਇਲੀਗਲ ਹੈ, ਉਹ ਵੈਲਿਡ ਨਹੀਂ ਹੈ। ਜਿਹੜੇ ਕੰਟਰੈਕਟ ਦੀਆਂ ਵਿਆਹ ਹੋਏ ਨੇ ਔਰ ਜਿਹੜੇ ਵਿਆਹ ਜੈਨੂਨ ਹੈ, ਜਿਹਦੇ ਵਿੱਚ ਅੱਛਾ ਇਹੋ ਜਿਹੇ ਵੀ ਭਾਜੀ ਮੈਨੂੰ ਕੇਸ ਦੇਖਣ ਨੂੰ ਮਿਲੇ, ਵਿਆਹ ਹੋਣ ਤੋਂ ਬਾਅਦ ਕੁੜੀ ਆਪਣੇ ਘਰ ਚਲ ਗਈ ਹੈ, ਮੁੰਡਾ ਆਪਣੇ ਘਰ ਚਲ ਗਿਆ ਤੇ 2 ਸਾਲ ਹੋ ਗਏ ਨੇ। ਯਾਰ ਮਤਲਬ ਮੈਨੂੰ ਨਾ ਇੱਕ ਗੱਲ ਦੀ ਖੁੰਦਕ ਆਉਂਦੀ ਹੈ ਕਿ ਤੁਸੀਂ ਮਹਾਰਾਜ ਦੀ ਦੇਹ ਦਾ ਵੀ ਬੇਅਦਬੀ ਕਿਉਂ ਕਰਦੇ ਹੋ ਯਾਰ? ਸ਼ਰਮ ਕਰੋ, ਕੁਛ ਸ਼ਰਮ ਕਰੋ। ਯਾਨੀ ਕਿ ਮਹਾਰਾਜ ਦੀ ਦੇਹ ਦੇ ਆਲੇ ਦੁਆਲੇ ਅਸੀਂ ਲਾਵਾਂ ਲਈਆਂ, ਇਹਦਾ ਮਤਲਬ ਉਹਦੇ ਹਰ ਅੰਗ ਨੂੰ ਅਸੀਂ ਸਹਾਇ ਰੱਖਿਆ, ਹਰ ਲਾਂ ਤੋਂ ਬਾਅਦ ਮੱਥਾ ਟੇਕਿਆ, ਸਮਾਜਿਕ ਤੌਰ ਤੇ ਮਤਲਬ ਮਜ਼ਾਕ ਸਮਝ ਲਿਆ। ਤੇ ਮੈਂ ਗੁਰਦੁਆਰੇ ਵਾਲੇ ਭਾਈਆਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਦਾ, ਇਹੋ ਜਿਹੇ ਵਿਆਹਾਂ ਨੂੰ ਬੈਨ ਕਰੋ, ਇਨਕਾਰੀ ਦਿਓ ਤੇ ਪੁਲਿਸ ਨੂੰ ਰਿਪੋਰਟ ਕਰੋ ਵੀ ਇਹੋ ਜਿਹਾ ਵਿਆਹ ਕਰਾਉਣ ਆਏ ਸੀ। ਕਿਉਂਕਿ ਜਦੋਂ ਵਿਆਹ ਤੇ ਜਾਂਦੇ ਆ ਭਾਜੀ 50-100 ਬੰਦਾ ਇਕੱਠਾ ਹੋ ਹੀ ਜਾਂਦਾ ਲਾਵਾਂ ਤੇ ਜਦੋਂ 4 ਬੰਦੇ ਜਾ ਕੇ ਲਾਵਾਂ ਕਰਦੇ ਪਏ ਨੇ, ਇਹੋ ਜਿਹਾ ਕੋਈ ਐਕਟ ਮਨੀਸ਼ਾ ਮੈਮ ਨੂੰ ਵੀ ਰਿਕੁਐਸਟ ਕਰਦਾ ਕਿ ਉਹ ਇਹੋ ਜਿਹਾ ਕੋਈ ਸਟੈਂਡਿੰਗ ਆਰਡਰ ਪਾਸ ਕਰਨ ਕਿ ਇਹੋ ਜਿਹਾ ਵਿਆਹ ਕੱਲ ਨੂੰ ਸਾਨੂੰ ਦਿਖ ਗਿਆ ਤੇ ਜਿਸ ਗੁਰਦੁਆਰੇ ਮੰਦਿਰ ਨੇ ਕਰਵਾਇਆ ਉਹਦੇ ਤੇ ਐਕਸ਼ਨ ਵੀ ਕਰਾਂਗੇ, ਉਹਦੀ ਸੰਸਥਾ ਤੇ ਧਾਰਮਿਕ ਭਾਵਨਾਵਾਂ ਵੱਲ ਵੀ ਠੇਸ ਨਾ ਪਹੁੰਚਾਓ। ਪਰ ਇਸ ਕੇਸ ਤੇ ਵਿਆਹ ਜੈਨੂਨ ਹੈ, 8 ਮਹੀਨੇ ਪਹਿਲਾਂ ਮੰਗਣਾ ਹੋਇਆ, ਰਿਸ਼ਤੇਦਾਰੀ 'ਚ ਵਿਆਹ ਹੈ, ਵਿਆਹ ਹੁੰਦਾ ਪ੍ਰੋਪਰ, 10 ਦਿਨ ਇਕੱਠੇ ਰਹਿੰਦੇ ਆ, ਉਸ ਤੋਂ ਬਾਅਦ ਵੀ ਪਰਿਵਾਰ ਸਾਂਝਾ ਹੈ ਤੇ ਪੈਸਾ ਸਿਰਫ ਇਹਨਾਂ ਦਾ ਲਵਾਉਂਦੇ ਹੋ। ਤੇ ਲੜਕੀ ਦਾ ਬਾਪ ਵੀ ਕਹਿੰਦਾ ਕਿ ਹਾਂਜੀ ਪੈਸਾ ਮੁੰਡੇ ਵਾਲਿਆਂ ਨੇ ਸਾਰਾ ਲਾਇਆ, ਵਿਆਹ ਦਾ ਵੀ ਤੇ ਲਿਜਾਣ ਦਾ ਵੀ। ਤੇ ਫਿਰ ਮਤਲਬ ਕੀ ਕਰੀਏ? ਅਦਰਵਾਈਜ਼ ਕੰਟਰੈਕਟ ਮੈਰਿਜ ਜਿਹੜੀ ਹੈ ਉਹ ਇਲੀਗਲ ਹੈ, ਉਹਦੀ ਵੈਲਿਊ ਨਹੀਂ ਹੈ। ਜਿਵੇਂ ਕਮੇਟੀਆਂ ਪਾਣੀਆਂ ਗੈਰ ਕਾਨੂੰਨੀ ਹੈ, ਇੰਡੀਆ 'ਚ ਉਹਦੀ ਪੁਲਿਸ ਸ਼ਿਕਾਇਤ ਜਾਂ ਕੋਰਟ 'ਚ ਤੁਹਾਡੀ ਸੁਣਵਾਈ ਨਹੀਂ ਹੋ ਸਕਦੀ, ਇਸੇ ਤਰ੍ਹਾਂ ਹੀ ਇਹੋ ਜਿਹਾ ਵਿਆਹ ਇਨਵੈਲਿਡ ਹੈ। ਜਿਹੜੇ ਬੰਦੇ ਸਿਰਫ ਕੰਟਰੈਕਟ ਮੈਰਿਜ ਇਸ ਕਰਕੇ ਕਰ ਰਹੇ ਆ, ਉਹਨਾਂ ਦੇ ਪੈਸੇ ਮਿੱਟੀ ਹੋ ਸਕਦੇ ਆ, ਉਹਨਾਂ ਦਾ ਵਿਆਹ ਗਲਤ ਹੋ ਸਕਦਾ ਹੈ। ਬਟ ਇਮੋਸ਼ਨਲ ਗਰਾਊਂਡ ਤੇ ਕਵਾਂ ਤੇ ਇੰਨੇ ਬੜੇ ਪੈਸੇ ਜਿਹੜੇ ਬਰਬਾਦ ਕਰਨੇ ਸਿਆਣਪ ਨਹੀਂ। ਮੁੰਡੇ ਥੋੜੀ ਮਿਹਨਤ ਕਰ ਲੈਣ ਜਾਂ ਉਹ ਕੁੜੀਆਂ ਥੋੜੀ ਮਿਹਨਤ ਕਰ ਲੈਣ ਔਰ ਮਿਹਨਤ ਕਰਕੇ ਸਹੀ ਤਰੀਕੇ ਬਾਹਰ ਚਲੇ ਜਾਣ ਤੇ ਚੰਗੀ ਗੱਲ ਹੈ। ਬਿਲਕੁਲ ਇਹ ਚੀਜ਼ ਇਸੇ ਲਈ ਸਾਰੀਆਂ ਚੀਜ਼ਾਂ, ਕਿਉਂਕਿ ਇੱਕ ਪਾਸੇ ਤਾਂ ਜੇ ਦੇਖਿਆ ਜਾਵੇ ਇਸ ਕੇਸ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਮਾੜੀ ਦੁਖਦ ਖਬਰ ਆਉਂਦੀ ਆ ਤਾਂ ਉਸ ਤੋਂ ਬਾਅਦ ਦੂਜੇ ਪਾਸੇ ਕੰਨ ਵੀ ਹੁੰਦੇ ਨੇ ਕਿ ਬਾਕੀਆਂ ਨੂੰ ਵੀ ਸਮਝ ਲੈਣਾ ਚਾਹੀਦਾ, ਕਿਉਂਕਿ ਇਹ ਸਿਸਟਮ ਸ਼ਾਇਦ ਹਜੇ ਵੀ ਨਹੀਂ ਹਟ ਰਿਹਾ। ਪਰ ਜ਼ਰੂਰਤ ਹੈ ਸਮਾਜਿਕ ਤਾਣੇ ਬੁਣੇ ਨੂੰ ਸਮਝ ਕੇ ਸਹਾਈ ਮੰਨ ਕੇ ਉਸ ਚੀਜ਼ ਨੂੰ ਅੱਗੇ ਵਧਣ ਦੀ। ਤੇ ਕਾਨੂੰਨੀ ਤੌਰ ਤੇ ਤਾਂ ਵਕੀਲ ਸਾਹਿਬ ਨੇ ਦੱਸ ਹੀ ਦਿੱਤਾ ਕਿ ਆਖਰ ਫਿਰ ਹੱਥ ਪੱਲੇ ਕੀ ਰਹਿ ਜਾਂਦਾ ਹੈ। ਠੀਕ ਹੈ ਕਿ ਆਖਰਕਾਰ ਕਾਨੂੰਨ ਜੇ ਕੋਈ ਕਿਸੇ ਨਾਲ ਗਲਤ ਕਰਦਾ ਤਾਂ ਉਹਨੂੰ ਸਜ਼ਾ ਜ਼ਰੂਰ ਦਿੰਦਾ ਹੈ, ਪਰ ਇਹ ਖੁਦ ਨੂੰ ਵੀ ਸਮਝਣਾ ਹੋਊਗਾ ਕਿ ਅਸੀਂ ਗਲਤ ਕਰਵਾਈਏ ਕਿਉਂ। ਵੀਡੀਓ ਜਰਨਲਿਸਟ ਆਨੰਦ ਦੇ ਨਾਲ ਸਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।